ਸਤਿ ਸ਼੍ਰੀ ਅਕਾਲ। ਮੈਂ ਨਿਰਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਮੰਡੇ 6:30 ਤੋਂ 7 ਵਜੇ ਇਮੀਗ੍ਰੇਸ਼ਨ ਸ਼ੋਅ ਲੈ ਕੇ ਆਉਂਦੇ ਹਾਂ। ਬਿਫੋਰ ਮੈਂ ਆਪਣੇ ਇਕਬਾਲਦੀਪ ਜੀ ਨੂੰ ਮੈਂ ਲੈ ਕੇ ਆਵਾਂ ਸ਼ੋਅ ਅੱਗੇ ਲੈ ਕੇ ਜਾਈਏ, ਬਹੁਤ ਜਦੋਂ ਵੀ ਕੋਈ ਲੇਟੈਸਟ ਨਿਊਜ਼ ਨਿਕਲਦੀ ਹੈ ਨਾ, ਕਾਲ ਚੈਨਲ ਦੀ ਬੇਸ਼ੱਕ ਕੋਸ਼ਿਸ਼ ਹੁੰਦੀ ਕਿ ਸਭ ਤੋਂ ਪਹਿਲਾਂ ਤੁਹਾਡੇ ਪਾਸ ਲੈ ਕੇ ਆਈਏ। ਅਸੀਂ ਇਕਬਾਲਦੀਪ ਸਪੈਸ਼ਲਿਸਟ ਇਨ ਇਮੀਗ੍ਰੇਸ਼ਨ ਲਾਅ। ਕਿਸੇ ਵੀ ਤਰ੍ਹਾਂ ਦਾ ਮੁੱਦਾ ਹੈਗਾ, ਜਦੋਂ ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਤੁਸੀਂ ਬੱਚੇ ਮੰਗਾ ਲਏ, ਪੇਰੈਂਟਸ ਮੰਗਾ ਲਏ, ਯਾਰ ਦੋਸਤ ਮੰਗਾ ਲਏ, ਤੁਸੀਂ ਐਜੂਕੇਸ਼ਨ ਲਈ ਆਉਣਾ ਹੈ। ਜਿਹੜੇ ਬੱਚਿਆਂ ਦਾ ਹੁਣ ਨਵਾਂ ਰੂਲ ਨਿਕਲ ਰਿਹਾ, ਹੁਣੇ ਅਨਾਊਂਸਮੈਂਟ ਹੋਇਆ, ਤੇ ਉਹਦੇ ਬਾਰੇ ਆਈ ਥਿੰਕ ਅਕਾਲ ਚੈਨਲ ਇਜ਼ ਦ ਵੈਰੀ ਫਸਟ ਵਨ। ਉਹ ਸਾਰਾ ਤੁਹਾਨੂੰ ਅਸੀਂ ਹੁਣੇ ਦੱਸਾਂਗੇ ਸਾਡੇ ਪ੍ਰੋਗਰਾਮ 'ਚ ਕਿ ਜਿਹੜਾ ਸਟੇਟਲੈਸ ਬੱਚਿਆਂ ਦਾ ਰੂਲ ਉਹਦਾ ਕੀ ਨਿਕਲਿਆ, ਕੀ ਹੋ ਰਿਹਾ, ਉਹਦੇ ਬਾਰੇ ਉਮੀਦ ਰੱਖਦਾ ਕਿ ਤੁਸੀਂ ਆਖਿਰ ਤੱਕ ਮੇਰਾ ਪ੍ਰੋਗਰਾਮ ਦੇਖੋ। ਓਨਲੀ ਅੱਧੇ ਘੰਟੇ ਦਾ, ਸੋ ਇਟਸ ਨਾਟ ਟੂ ਮਚ ਆਫ ਅ ਵੇਸਟ ਆਫ ਟਾਈਮ। ਬੜਾ ਐਜੂਕੇਸ਼ਨ, ਬੜਾ ਇਨਫੋਰਮੇਟਿਵ। ਅਗਰ ਤੁਸੀਂ ਕਾਲ ਕਰਨਾ ਹੈਗਾ, ਅਸੀਂ ਸ਼ੋਅ 'ਚ ਨਹੀਂ ਲੈ ਪਾਵਾਂਗੇ ਤੁਹਾਡਾ ਕਾਲ, ਤੁਸੀਂ 0121551100 'ਤੇ ਕਾਲ ਕਰਕੇ ਸਾਡੇ ਕਾਲ ਸੈਂਟਰ ਨੂੰ ਮੈਸੇਜ ਤੁਹਾਡਾ ਮਿਲ ਜਾਏਗਾ, ਅਤੇ ਅਸੀਂ ਜਿਹੜਾ ਨੰਬਰ ਹੈ ਇਕਬਾਲਦੀਪ ਨੂੰ ਦੇ ਦਾਂਗੇ। ਅਗਰ ਕੋਈ ਤੁਹਾਡਾ ਬਹੁਤ ਪੈਨਿਕ, ਕੋਈ ਬਹੁਤ ਅਰਜੈਂਟ ਸਵਾਲ ਹੈਗਾ, ਸਾਡੇ ਕਾਲ ਸੈਂਟਰ ਨੂੰ ਤੁਸੀਂ ਉਹਦਾ ਕੁਐਸਚਨ ਪਾ ਦਿਓ, ਉਹ ਸਾਨੂੰ ਇੱਥੇ ਪਹੁੰਚਾ ਦਿੰਦੇ ਲੰਡਨ ਸਟੂਡੀਓ, ਜਿਹੜਾ ਕਿ ਮੈਂ ਤੁਹਾਡੇ ਬਿਹਾਫ 'ਤੇ ਇਕਬਾਲਦੀਪ ਜੀ ਨੂੰ ਪੁੱਛਾਂਗਾ। ਚਲੋ ਜੀ, ਅਸੀਂ ਟਾਈਮ ਨਹੀਂ ਵੇਸਟ ਕਰਦੇ, ਬੜਾ ਛੋਟਾ ਟਾਈਮ ਹੁੰਦਾ, ਅੱਧੇ ਘੰਟੇ ਦਾ ਪ੍ਰੋਗਰਾਮ, ਅਤੇ ਮੈਂ ਇਕਬਾਲਦੀਪ ਨੂੰ ਸਵਾਗਤ ਕਰਕੇ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਇਕਬਾਲਦੀਪ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਕੀ ਹਾਲ ਚਾਲ ਤੁਹਾਡਾ? ਭਾਜੀ ਅੱਜ ਕੱਲ੍ਹ ਹਾਲਤ ਠੀਕ, ਤੁਸੀਂ ਕਿੱਦਾਂ, ਠੀਕ ਹੋ? ਅੱਜ ਤੇ ਥੋੜਾ ਠੀਕ ਹੈ, ਵੈਦਰ ਚੰਗਾ ਹੈ ਅੱਜ ਬਾਹਰ, ਬੜੇ ਦਿਨਾਂ ਦੁਨੀਆ ਬਾਅਦ। ਤੇ ਬਹੁਤ ਇੱਕਦਮ ਸਮਰ ਸਟਾਰਟ ਹੋ ਗਈ, ਨਾਲੇ ਟਾਈਮ ਚੇਂਜ ਹੋ ਗਿਆ, ਨਾਲੇ ਸਮਰ ਆ ਗਈ ਹੁਣ ਤੇ। ਹਾਂਜੀ ਹਾਂਜੀ, ਨਹੀਂ ਤੇ ਹੌਰੀਬਲ ਵੈਦਰ ਹੁੰਦਾ ਸੀ, ਹਮੇਸ਼ਾ ਬੰਦਾ ਡਿਪਰੈਸ ਹੀ ਰਹਿੰਦਾ ਸੀ। ਹੁਣ ਅੱਜ ਵੈਦਰ ਬਾਹਰ ਦੇਖ ਕੇ ਥੋੜਾ ਵਧੀਆ ਲੱਗਦਾ ਹੈ ਅੱਜ। ਇੱਕ ਗੱਲ ਹੈਗੀ ਆ, ਦੇਖੋ ਟਾਈਮ ਚੇਂਜ ਹੋ ਗਿਆ, ਦਿਨ ਚੇਂਜ ਹੋ ਗਏ ਨੇ, ਗਰਮੀ ਆ ਰਹੀ ਬੜੀ, ਵਨ ਆਫ ਦਾ ਹੌਟੈਸਟ ਡੇ। ਪਲੀਜ਼ 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 ਪਲੀਜ਼, ਹਾਲੀ ਵੀ ਮੈਂ ਬਾਰ ਕਹਿੰਦਾ ਗੌਰਮੈਂਟ ਦੀ ਗਾਈਡਲਾਈਨ ਫੋਲੋ ਕਰੋ। ਹਾਲੀ ਇਹ ਨਹੀਂ ਹੋ ਗਿਆ ਕਿ ਟਾਈਮ ਚੇਂਜ ਤੇ ਵੈਦਰ ਚੰਗਾ ਹੋ ਗਿਆ ਤੇ ਤੁਹਾਨੂੰ ਛੁੱਟੀ ਮਿਲ ਗਈ, ਬਿਮਾਰੀ ਸਟਿਲ ਲਾਉਂਦੇ ਹੈ ਅੰਟਿਲ ਪ੍ਰੋਪਰ ਖਤਮ ਨਾ ਹੋ ਜਾਏ, ਤੇ ਉਹਦੇ ਤੇ ਪਲੀਜ਼ ਆਪਣਾ ਧਿਆਨ ਰੱਖਿਓ। ਤੁਹਾਨੂੰ ਪਤਾ ਜਿਹੜੀ ਫੇਸਬੁੱਕ ਹੋਵੇ, ਵਟਸਐਪ ਵਗੈਰਾ, ਕੋਈ ਗੱਲ ਛੁਪਦੀ ਨਹੀਂ ਹੈ, ਬੜਾ ਕੁਝ ਸਾਹਮਣੇ ਆ ਜਾਂਦਾ। ਇਕਬਾਲਦੀਪ ਜੀ ਨੇ ਮੈਨੂੰ ਦੱਸਿਆ ਨਹੀਂ ਸੀ, ਲਾਸਟ ਵੀਕ ਇਹਨਾਂ ਦਾ ਬਰਥਡੇ ਸੀਗਾ, ਤੇ ਅੱਜ ਅਸੀਂ ਇਹਨਾਂ ਦਾ ਹੈਪੀ ਬਰਥਡੇ ਮਨਾਉਂਦੇ ਹਾਂ। ਇਕਬਾਲਦੀਪ ਜੀ, ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਤੁਸੀਂ ਦੱਸੋ ਨਾ ਦੱਸੋ, ਮੈਨੂੰ ਫੜ ਲਿੱਤਾ ਤੁਹਾਡੇ ਫੇਸਬੁੱਕ ਦੇ ਵਿੱਚੋਂ। ਥੈਂਕ ਯੂ ਸੋ ਮਚ, ਥੈਂਕ ਯੂ। ਹੁਣ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੁਹਾਡਾ ਬਰਥਡੇ ਸੀਗਾ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਬਹੁਤ ਮੁਬਾਰਕ ਹੋਵੇ। ਚਲੋ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਇਕਬਾਲਦੀਪ ਜੀ, ਬੜਾ ਹੌਟ ਟੌਪਿਕ ਹੈਗਾ। ਮੈਨੂੰ ਹੁਣੀ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ 1 ਮਿੰਟ ਪਹਿਲਾਂ ਵੀ ਕਾਲ ਆਇਆ। ਲੋਟ ਆਫ ਪੀਪਲ ਆਰ ਕੰਸਰਨਡ, ਜਿਹੜੇ ਸਟੇਟਲੈਸ ਬੱਚੇ ਹੈਗੇ ਨੇ ਇਨ ਦਾ UK, ਉਹਦਾ ਕੋਈ ਨਵਾਂ ਪਲਾਨ ਹੈਗਾ ਸਰਮਨ ਦਾ ਇਨ ਦਾ UK ਦੇ ਵਿੱਚ? ਕੀ ਸਿਸਟਮ ਉਹਦਾ, ਕੀ ਹੋ ਰਿਹਾ ਉਹਦਾ? ਹਾਂਜੀ, ਇਹ ਬੜਾ ਹੌਟ ਟੌਪਿਕ ਪਿਛਲੇ ਵੀਕ ਤੋਂ ਚੱਲ ਰਿਹਾ ਹੈਗਾ ਵੀ, ਜਿਹੜੀ ਇਹਦੇ ਵਿੱਚ ਰੀਸੈਂਟਲੀ ਸਟੇਟਮੈਂਟ ਆਫ ਉਹਨਾਂ ਨੇ ਚੇਂਜਸ ਕੀਤੀਆਂ ਹੈਗੀਆਂ ਵਾ, ਜਿਹੜੀ ਕਿ 24 ਮਾਰਚ ਨੂੰ ਉਹਨਾਂ ਨੇ ਆਪਣਾ ਵੈਬਸਾਈਟ ਉੱਤੇ ਪਬਲਿਸ਼ ਕੀਤੀ ਹੈਗੀਆਂ, ਜਿਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਉਹਨਾਂ ਨੇ ਡੈਕਲੇਰੇਸ਼ਨਸ ਕੀਤੀਆਂ ਹੈਗੀਆਂ, ਅਨਾਊਂਸਮੈਂਟਸ ਕੀਤੀਆਂ ਹੈਗੀਆਂ ਵੀ ਕਿੱਦਾਂ ਦੇ ਰਿਫਾਰਮਸ ਲੈ ਕੇ ਆਉਣੇ ਹੈਗੇ, ਜਿਹਦੇ ਵਿੱਚ ਅਸਾਈਲਮ ਸਿਸਟਮ ਇਨਕਲੂਡਿਡ ਹੈਗਾ ਆ, ਬ੍ਰਿਟਿਸ਼ ਸਿਟੀਜ਼ਨਸ਼ਿਪ ਤੇ ਬ੍ਰਿਟਿਸ਼ ਨੈਸ਼ਨੈਲਿਟੀ ਸਿਸਟਮ ਇਨਕਲੂਡਿਡ ਹੈਗਾ ਆ, ਤੇ ਜਿਹੜੇ ਕ੍ਰਿਮੀਨਲ ਨੈਟਵਰਕ ਜਿਹੜੇ ਹੈਗੇ ਆ, ਜਿਹੜੇ ਪੀਪਲ ਸਮਗਲਿੰਗ ਦੇ ਵਿੱਚ ਜਿਹੜੇ ਕਰਦੇ ਹੈਗੇ ਆ, ਉਹਨੂੰ ਕਿੱਦਾਂ ਕ੍ਰੈਕ ਡਾਊਨ ਕਰਨਾ ਹੈਗਾ, ਜਿਹੜੀ ਅਸਾਈਲਮ ਕਲੇਮਸ ਅਪੀਲਸ ਸਿਸਟਮ ਜਿਹੜੇ ਹੈਗੇ ਆ, ਉਹਨੂੰ ਉਹਨਾਂ ਨੇ ਅਨਾਊਂਸਮੈਂਟਸ ਕੀਤੀਆਂ ਕਿ ਕਿੱਦਾਂ ਰਿਫਾਰਮਸ ਕਿੱਦਾਂ ਲੈ ਕੇ ਆਉਣੇ ਹੈਗੇ ਆ, ਇਹਦੇ ਵਿੱਚ ਕਿਹੜੀਆਂ ਕਮੀਆਂ ਹੈਗੀਆਂ, ਕਿਹੜੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਵੀ ਜਿਹੜੇ ਇਮੀਗ੍ਰੇਸ਼ਨ ਸਿਸਟਮ ਨੂੰ ਲੋਕੀ ਅਬਿਊਜ਼ ਕਰਦੇ ਹੈਗੇ ਜਾਂ ਯੂਜ਼ ਕਰਦੇ ਹੈਗੇ ਆ। ਤੇ ਜਿਹੜਾ ਕਿ ਮੋਸਟ ਇੰਪੋਰਟੈਂਟ, ਜਦੋਂ ਤੁਸੀਂ ਸਵਾਲ ਕੀਤਾ ਹੈਗਾ ਵੀ ਬੱਚਿਆਂ ਦਾ ਜਿਹੜਾ ਹੈਗਾ ਸਟੇਟਲੈਸ ਜਿਹੜਾ ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ, ਉਹ ਚੈਪਟਰ 3 ਦੇ ਵਿੱਚ ਹੈਗਾ ਆ, ਜਿਹੜੀ ਇਹਨਾਂ ਦੀ ਅਨਾਊਂਸਮੈਂਟ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਬ੍ਰਿਟਿਸ਼ ਨੈਸ਼ਨੈਲਿਟੀ ਦੇ ਵਿੱਚ ਜਿਹੜੇ ਲੂਪ ਹੋਲਸ ਜਿਹੜੇ ਹੈਗੇ ਆ, ਜਿਹੜੇ ਉਹਦੇ ਵਿੱਚ ਕੋਈ ਵੀ ਇਹਨਾਂ ਦੀ ਕੋਈ ਵੀ ਜਿਹੜੀ ਸਿਸਟਮ ਇਦਾਂ ਦਾ ਹੈਗਾ ਜਿਹਨੂੰ ਕਿ ਲੋਕ ਕਹਿੰਦੇ ਵੀ ਅਬਿਊਜ਼ ਕੀਤਾ ਜਾ ਰਿਹਾ ਹੈਗਾ, ਵੀ ਉਹਨੂੰ ਉਹਨਾਂ ਨੇ ਰਿਫਾਰਮਸ ਲੈ ਕੇ ਆਉਣ ਦੀ ਇੰਟਰੋਡਕਸ਼ਨ ਕੀਤੀ ਹੈਗੀ ਆ। ਜਿਹਦੇ ਵਿੱਚ ਹੁਣ ਪਹਿਲੇ ਕੀ ਹੁੰਦਾ ਸੀਗਾ, ਅੱਜ ਤੋਂ ਥੋੜੇ ਚਿਰ ਪਹਿਲੇ, ਕੁਝ ਸਾਲ ਪਹਿਲੇ ਕਾਨੂੰਨ ਸ਼ੁਰੂ ਹੋਇਆ ਸੀਗਾ ਬੱਚਿਆਂ ਦਾ, ਜੇ ਤੁਹਾਡੇ ਬੱਚੇ ਇੱਥੇ ਬੌਰਨ ਹੋਇਆ ਹੈਗਾ 5 ਸਾਲ, ਉਹ ਇੱਥੇ 5 ਸਾਲ ਦਾ ਹੋ ਗਿਆ ਹੈਗਾ, ਉਹਦੇ ਪੇਰੈਂਟਸ ਨੇ ਉਹਦੀ ਜਿਹੜੀ ਬਰਥ ਜਿਹੜੀ ਹੈਗੀ ਆ, ਉਹਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਰਜਿਸਟਰ ਨਹੀਂ ਕਰਾਈ ਹੈਗੀ ਆ, ਤੇ ਬੱਚਾ ਜਿੱਦਾਂ ਉਹਦੀ ਕੋਈ ਨੈਸ਼ਨੈਲਿਟੀ ਜੇ ਨਹੀਂ ਹੈਗੀ ਆ, ਉਹਨਾਂ ਹਾਲਾਤਾਂ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਸਟੇਟਲੈਸ ਗਿਣਿਆ ਜਾਂਦਾ ਸੀਗਾ। ਤੇ ਕਿਉਂਕਿ ਇੰਡੀਅਨ ਨੈਸ਼ਨੈਲਿਟੀ ਜਿਹੜੀ ਹੈਗੀ ਆ, ਉਹ ਲਾਅ ਹੈਗਾ ਆ, ਉਹਦੇ ਵਿੱਚ ਉਨੀ ਦੇਰ ਤੱਕ ਤੁਸੀਂ ਇੰਡੀਅਨ ਨੈਸ਼ਨਲ ਨਹੀਂ ਹੈਗੇ ਜਿੰਨੇ ਤੱਕ ਤੁਹਾਡਾ ਇੰਡੀਅਨ ਲਾਅ ਦੇ ਅਕੋਰਡਿੰਗ ਆਪਣਾ ਉਹਦੇ ਵਿੱਚ ਬਰਥ ਰਜਿਸਟਰ ਤੁਹਾਡਾ ਨਹੀਂ ਹੈਗਾ।
ਤੇ ਕਈ ਜਿਹੜੇ ਬੱਚੇ ਸੀਗੇ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਰਜਿਸਟਰ ਨਹੀਂ ਸੀ ਕੀਤਾ ਹੋਇਆ ਤੇ ਉਹਨਾਂ ਨੇ ਉਹ ਕੁਆਲੀਫਾਈ ਕਰਦੇ ਸੀਗੇ ਬ੍ਰਿਟਿਸ਼ ਸਿਟੀਜ਼ਨਸ਼ਿਪ ਵਾਸਤੇ। ਤੇ ਜਿਹੜੀ ਸਟੇਟਮੈਂਟ ਜਿਹੜੀ ਆਈ ਹੈਗੀ ਆ ਇਹਦੇ ਵਿੱਚ ਲੋਕ ਜਿਹੜੇ ਕਿ ਕਾਫੀ ਇੱਕ ਚੱਲ ਰਹੀ ਹੈਗੀ ਕਿ ਰੂਟ ਬੰਦ ਹੋ ਜਾਣਾ ਹੈਗਾ। ਇਹ ਇੱਕ ਮੈਂ ਕਲੈਰੀਫਾਈ ਕਰਨਾ ਚਾਹੂੰਗਾ, ਰੂਟ ਬੰਦ ਨਹੀਂ ਹੋਣਾ ਹੈਗਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹਨਾਂ ਨੇ ਸਟਾਪ ਕਰ ਦੇਣਾ, ਉਹਨਾਂ ਨੇ ਸਿਰਫ ਇਹਦੇ ਵਿੱਚ ਰਿਫਾਰਮਸ ਲੈ ਕੇ ਆਉਣੇ ਹੈਗੇ ਆ। ਕਿ ਰਿਫਾਰਮਸ ਤੋਂ ਮਤਲਬ ਕਿ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਆ ਉਹ ਟਾਈਟਨ ਕਰ ਦੇਣੀਆਂ ਉਹਨਾਂ ਨੇ ਬਹੁਤ ਜ਼ਿਆਦਾ। ਇਹ ਈਜ਼ੀ ਨਹੀਂ ਹੋਊਗਾ ਹੁਣ ਜਿੱਦਾਂ ਪਹਿਲੇ ਸੀਗਾ, ਉਹਦੇ ਵਿੱਚ ਸਿਰਫ ਇਹ ਸੀਗਾ ਵੀ ਜੇ ਤੁਸੀਂ ਆਪਣਾ ਤੁਹਾਡਾ ਬੱਚਾ 5 ਸਾਲ ਦਾ ਜੇ ਤੁਹਾਡਾ ਹੋ ਗਿਆ ਹੈਗਾ, ਤੁਸੀਂ ਅਪਲਾਈ ਕੀਤਾ, ਉਹ ਲੈਟਰ ਲਈ ਤੁਸੀਂ ਅਪਲਾਈ ਕੀਤਾ ਤਾਂ ਤੁਹਾਨੂੰ ਆਪਣਾ ਤੁਹਾਡੇ ਪਾਸਪੋਰਟ ਆ ਜਾਂਦਾ ਸੀਗਾ। ਪਰ ਕਿਉਂਕਿ ਉਹ ਕਹਿੰਦੇ ਵੀ ਇਹ ਇੱਕ ਲੂਪ ਹੋਲ ਹੈਗਾ, ਵੀ ਇਹ ਜਿਹੜਾ ਹੈਗਾ ਲੂਪ ਹੋਲ ਜਿਹੜੇ ਇੱਥੇ ਮਾਈਗ੍ਰੈਂਟਸ ਜਿਹੜੇ ਹੈਗੇ ਉਹਨਾਂ ਨੇ ਯੂਜ਼ ਕੀਤਾ ਹੈਗਾ, ਉਹਦੇ ਵਿੱਚ ਉਹਨਾਂ ਨੇ ਜਿਹੜੇ ਨਵੇਂ ਰਿਫਾਰਮਸ ਲੈ ਕੇ ਆਉਣੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੇਰੈਂਟਸ ਦਾ ਜਿਹੜਾ ਐਕਸ਼ਨਸ ਹੋਣਗੇ, ਜਿਹੜੇ ਕਿ ਬੱਚਿਆਂ ਜਿੱਦਾਂ ਜੇ ਕੋਈ ਫਰਜ਼ ਕਰ ਲਓ ਜੇ ਕੋਈ ਪੇਰੈਂਟਸ ਹੈਗੇ ਉਹਨਾਂ ਨੇ ਅਟੈਂਪਟ ਕੀਤੀ ਕਿ ਨਹੀਂ ਕੀਤੀ, ਮੈਂ ਹਲੇ ਥੋੜੀ ਅੰਦਾਜ਼ਾ ਲਗਾ ਰਿਹਾ ਕਿਉਂਕਿ ਇਹਦੇ ਵਿੱਚ ਹਲੇ ਹੋਰ ਗਾਈਡਲਾਈਨਸ ਨਹੀਂ ਆਈ ਹੈਗੀ। ਮੈਂ ਅੰਦਾਜ਼ਾ ਲਗਾ ਕੇ ਕਹਿ ਰਿਹਾ ਹੈਗਾ ਵੀ ਜਿਹੜੀ ਟਾਈਟਨਿੰਗ ਸਿਸਟਮ ਜਿਹੜਾ ਹੈਗਾ ਉਹ ਇਹ ਹੋ ਸਕਦਾ ਆ ਵੀ ਜਿਹੜੇ ਪੇਰੈਂਟਸ ਜਿਹੜੇ ਹੈਗੇ ਆ ਉਹ ਉਹਨਾਂ ਦੇ ਉੱਤੇ ਰਿਕੁਆਇਰਮੈਂਟ ਹੋਊਗੀ ਵੀ ਤੁਸੀਂ ਆਪਣੇ ਬੱਚੇ ਦਾ ਜਿਹੜਾ ਬਰਥ ਜਿਹੜਾ ਤੁਸੀਂ ਰਜਿਸਟਰ ਕਰਾਓ, ਉਹਦਾ ਪਹਿਲੇ ਕੋਸ਼ਿਸ਼ ਕੀਤੀ ਜਾਵੇ, ਅਟੈਂਪਟ ਕੀਤੀ ਜਾਵੇ। ਹਾਂਜੀ, ਜੇ ਤੁਹਾਡੀ ਇੰਡੀਅਨ ਹਾਈ ਕਮਿਸ਼ਨ ਜੇ ਨਹੀਂ ਉਹਨੂੰ ਰਜਿਸਟਰ ਕਰਦੀ ਹੈਗੀ, ਉਹ ਇੱਕ ਗੱਲ ਵੱਖਰੀ ਆ ਜਾਂਦੀ ਹੈਗੀ ਆ। ਫਿਰ ਮੇਬੀ ਇਹ ਹੋ ਸਕਦਾ ਤੁਹਾਨੂੰ ਪ੍ਰੂਵ ਕਰਨਾ ਪਊਗਾ ਆਪਣੇ ਕੇਸ ਨੂੰ ਵੀ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ, ਤੁਸੀਂ ਅਪਾਇੰਟਮੈਂਟ ਬੁੱਕ ਕੀਤੀ। ਇਹ ਇੱਕ ਸਿਨਾਰੀਓਸ ਹੋ ਸਕਦੇ ਹੈਗੇ ਜਿਹੜੇ ਕਿ ਮੋਸਟ ਲਾਈਕਲੀ ਇਹੀ ਹੋਣਗੇ ਕਿ ਉਹ ਦੇਖਣਗੇ ਵੀ ਮਾਂ-ਬਾਪ ਨੇ ਕਿੰਨੀ ਟਰਾਈ ਕੀਤੀ ਹੈਗੀ ਬੱਚਾ ਰਜਿਸਟਰ ਕਰਾਉਣ ਦੀ, ਉਹਨੂੰ ਟਾਈਟਨ ਕਰਨ ਦੀ। ਇਹਦੇ ਵਿੱਚ ਇਹ ਲਿਖਿਆ ਹੈਗਾ ਵੀ ਉਹਨਾਂ ਨੇ ਰੂਟਸ ਵਗੈਰਾ ਟਾਈਟ ਕਰ ਦੇਣੇ ਹੈਗੇ ਆ। ਪਰ ਤੇ ਉਹਨਾਂ ਨੇ ਤਾਂ ਤੁਸੀਂ ਬੈਨੀਫਿਟਸ ਸਟੇਟਲੈਸ ਦਾ ਤੁਸੀਂ ਲੈ ਸਕੋਗੇ। ਇਹ ਪ੍ਰੋਵੀਜ਼ਨਸ ਹਲੇ ਤੱਕ ਨੂੰ ਚੱਲਦਾ ਪਿਆ ਹੈਗਾ ਆ, ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੱਸਣ ਕਿ ਕਦੋਂ ਸ਼ੁਰੂ ਹੋਣਾ ਹੈਗਾ। ਇਹ ਆਪਾਂ ਅਨਾਉਂਸਮੈਂਟ ਕਰਦੇ ਰਹਾਂਗੇ ਟਾਈਮ ਬਾਏ ਟਾਈਮ। ਤੇ ਸਭ ਤੋਂ ਵੱਡੀ ਇਹਦੇ ਵਿੱਚ ਹੈਗਾ ਵੀ ਪੈਨਿਕ ਇਹਦੇ ਵਿੱਚ ਠੀਕ ਹੈ, ਇਹ ਪੈਨਿਕ ਜਿਨ੍ਹਾਂ ਦੇ ਥੋੜਾ ਟਾਈਮ ਰਹਿ ਗਿਆ ਹੈਗਾ, ਇਹ ਗੱਲ ਸਟ੍ਰੇਟ ਫੋਰਵਰਡ ਨਹੀਂ ਹੋਊਗੀ। ਹੁਣ ਇਹਦੇ ਵਿੱਚ ਹੋਰ ਰਿਕੁਆਇਰਮੈਂਟਸ ਹੋਣਗੀਆਂ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਲੀਗਲ ਸਿਸਟਮ ਦੇ ਵਿੱਚ ਜਦੋਂ ਰਿਫਾਰਮਸ ਆਉਣਗੇ ਫਿਰ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ ਰਹੂਗਾ। ਇਹ ਚੀਜ਼ ਜਿਹੜੀ ਮੇਨ ਹੈਗੀ ਆ, ਇਹਦਾ ਸਵਾਲ ਦਾ ਜਵਾਬ ਇਹ ਹੈਗਾ ਆ। ਇਕਬਾਲਦੀਪ ਜੀ, ਜਦੋਂ ਲੋਕਾਂ ਨੇ ਆਪਣੇ ਪੇਰੈਂਟਸ ਨੇ ਬੱਚੇ ਰਜਿਸਟਰ ਨਹੀਂ ਕਰਵਾਏ, ਮੈਂ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਗੱਲ ਤਾਂ ਕਿ ਸਾਡੇ ਜਿਹਨੇ ਵੀ ਉਹ ਸਮਝ ਜਾਣ, ਕਿਉਂਕਿ ਪਹਿਲਾਂ ਰੂਲਿੰਗ ਸੀਗੀ ਕਿ 5 ਸਾਲ ਹੋ ਜਾਏ ਫਿਰ ਤੁਸੀਂ ਉਹਦਾ ਅਪਲਾਈ ਕਰਦੇ ਸੀਗੇ ਇੱਥੇ ਦਾ ਪਾਸਪੋਰਟ ਲੈਣ ਲਈ। ਇਸ ਕਰਕੇ ਉਹਨਾਂ ਨੇ ਰਜਿਸਟਰ ਨਹੀਂ ਕਰਾਏ ਤੇ ਹੁਣ ਉਹਨਾਂ ਨੂੰ ਸਗੋਂ ਬੈਨੀਫਿਟ ਹੋ ਗਿਆ ਕਿ ਉਹਨਾਂ ਨੇ ਰਜਿਸਟਰ ਨਹੀਂ ਕਰਾਏ, ਉਹ ਸਟੇਟਲੈਸ ਹੋ ਗਏ ਨੇ। ਇਹ ਰੂਟ ਬੜਾ ਅੱਛਾ ਹੋ ਗਿਆ ਕਿ ਉਹਨਾਂ ਨੂੰ ਸਟੇਟ ਇੱਥੇ ਦੇ ਉਹਨਾਂ ਨੂੰ PR ਮਿਲ ਸਕਦੀ ਹੈ। ਲੇਕਿਨ ਹੁਣ ਜਿੱਦਾਂ ਤੁਸੀਂ ਕਹਿੰਦੇ ਕਿ ਰਿਊਮਰਸ ਹੈਗੇ ਨੇ ਕਿ ਸਟਾਪ ਹੋ ਸਕਦਾ ਜਾਂ ਕੁਝ ਅਮੈਂਡਮੈਂਟ ਹੋਏਗੀ, ਇਹ ਕਿਉਂਕਿ ਗਵਰਨਮੈਂਟ ਨੂੰ ਫੀਲ ਹੋ ਰਿਹਾ ਕਿ ਸਿਸਟਮ ਜਿਹੜਾ ਰੂਟ ਹੈਗਾ ਅਸੀਂ ਅਬਿਊਜ਼ ਕਰ ਰਹੇ ਹਾਂ। ਇਜ਼ ਦੈਟ ਵਾਈ? ਹਾਂਜੀ, ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਜਿਹੜੀ ਅਨਾਉਂਸਮੈਂਟ ਹੋਈ ਹੈਗੀ ਉਹਦੇ ਵਿੱਚ ਇਹ ਲਿਖਿਆ ਹੈਗਾ ਵੀ ਇਹ ਲੂਪ ਹੋਲ ਹੈਗਾ ਜਿਹੜਾ ਕਿ ਅਬਿਊਜ਼ ਕੀਤਾ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ, ਉਹ ਇਹ ਕਹਿੰਦੇ, ਉਹਨਾਂ ਦੀ ਕਹਿਣ ਦਾ ਇਨਡਾਇਰੈਕਟਲੀ ਮਤਲਬ ਇਹ ਆ ਵੀ ਜਿਹੜੇ ਪੇਰੈਂਟਸ ਹੈਗੇ ਉਹ ਬੱਚੇ ਨੂੰ ਰਜਿਸਟਰ ਨਹੀਂ ਕਰਾਉਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਵੀ 5 ਸਾਲ ਬਾਅਦ ਹੁਣ ਇਹ ਚੀਜ਼ ਤੋਂ ਇਨਡਾਇਰੈਕਟਲੀ ਉਹ ਇਹ ਕਹਿੰਦੇ ਪਏ ਹੈਗੇ ਆ। ਤੇ ਇਹਦੇ ਵਿੱਚ ਉਹਨਾਂ ਨੇ ਇਸੇ ਸਿਸਟਮ ਦੇ ਵਿੱਚ ਟਾਈਟਨਿੰਗ ਲੈ ਕੇ ਆਉਣੀ ਹੈਗੀ ਰਿਕੁਆਇਰਮੈਂਟਸ ਵਿੱਚ। ਤੇ ਜਿਹੜੇ ਪੇਰੈਂਟਸ ਦਾ ਐਕਸ਼ਨ ਹੈਗਾ ਉਹ ਆਪਣਾ ਉਹਨਾਂ ਨੇ ਉਹ ਦੇਖਣਾ ਹੈਗਾ ਵੀ ਪੇਰੈਂਟਸ ਨੇ ਕੀ ਕੀਤਾ ਹੈਗਾ ਵੀ ਆਪਣੇ ਬੱਚੇ ਨੂੰ ਰਜਿਸਟਰ ਕਰਾਉਣ ਵਾਸਤੇ। ਇਹ ਚੀਜ਼ਾਂ ਉਹਨਾਂ ਨੇ ਇੱਕ ਹਾਲੇ ਇਹਦੇ ਵਿੱਚ ਪ੍ਰੋਪਰ ਆਈ ਨਹੀਂ ਹੈਗੀ ਗਾਈਡਲਾਈਨ, ਪਰ ਜਿਹੜੀ ਕਿ ਜਿਹੜੇ ਨੋਟਸ ਜਿਹੜੇ ਹੈਗੇ ਆ ਉਹਦੇ ਵਿੱਚ ਕਾਫੀ ਉਹਨਾਂ ਨੇ ਸ਼ਾਰਟ ਦੇ ਵਿੱਚ ਦੱਸਿਆ ਹੈਗਾ। ਤੇ ਇਹ ਚੀਜ਼ ਨੂੰ ਆਪਣਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਪਤਾ ਲੱਗੂਗਾ ਤੇ ਫਿਰ ਅਸੀਂ ਹੋਰ ਵੱਧ ਤੋਂ ਵੱਧ ਅਸੀਂ ਇਨਫੋਰਮੇਸ਼ਨ ਦਿੰਦੇ ਰਹਾਂਗੇ। ਪਰ ਇਹ ਹੈ ਵੀ ਰੂਟ ਬੰਦ ਨਹੀਂ ਹੋਣਾ ਹੈਗਾ ਹੈ, ਪਰ ਇਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਹੋਰ ਟਾਈਟਨ ਹੋ ਜਾਣੀਆਂ ਹੈਗੀਆਂ, ਉਹਦੇ ਵਿੱਚ ਜਿੱਦਾਂ ਸਟ੍ਰਿੰਜੈਂਟ ਹੋ ਜਾਣੀਆਂ ਹੈਗੀਆਂ, ਹਾਰਡ ਹੋ ਜਾਣਾ ਹੈਗਾ ਆ। ਤੇ ਆਪਣਾ ਸਾਨੂੰ ਹੋਰ ਪੇਪਰ ਵਰਕ ਦੀ ਲੋੜ ਪੈ ਸਕਦੀ ਹੈਗੀ ਆ। ਇਹ ਚੀਜ਼ਾਂ ਇੰਟਰੋਡਿਊਸ ਹੋਣਗੀਆਂ ਰਿਫਾਰਮਸ ਦੇ ਵਿੱਚ, ਪਰ ਰੂਟ ਹਲੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬੰਦ ਕਰ ਦੇਣਾ ਹੈਗਾ। ਮੈਂ ਹਮੇਸ਼ਾ ਕਹਿੰਦਾ ਨਾ ਕੱਲ੍ਹ ਚੱਲਦੇ ਮੈਂ ਹਟਦਾ ਨਹੀਂ, ਮੇਰੀ ਆਦਤ ਨਹੀਂ ਹੈਗੀ ਕਿਉਂਕਿ ਹੈ ਚੀਜ਼ ਹਕੀਕਤ ਹੈ ਤੇ ਮੈਨੂੰ ਕਹਿਣਾ ਪੈਂਦਾ। ਜਦੋਂ ਵੀ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਨਿਊਜ਼ ਕੱਲ੍ਹ ਚੱਲਣ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਨਿਊਜ਼ ਲੈ ਕੇ ਆਈਏ। ਦਿਸ ਇਜ਼ ਵਾਟ ਦ ਮੀਡੀਆ ਇਜ਼ ਆਲ ਅਬਾਊਟ। ਕਿਉਂਕਿ ਜਦੋਂ ਇੱਕ ਦਿਨ ਪੁਰਾਣੀ ਹੋ ਜਾਂਦੀ ਉਹ ਤਾਂ ਬਈ ਹੋ ਜਾਂਦੀ, ਲੋਕੀ ਤਾਂ ਬਈ ਰੋਟੀ ਵੀ ਨਹੀਂ ਖਾਂਦੇ ਤੇ ਨਿਊਜ਼ ਤਾਂ ਫਿਰ ਬਈ ਹੋ ਜਾਂਦੀ ਹੈ। ਜਦੋਂ ਬੜੇ ਲੋਕਾਂ ਨੂੰ ਪਤਾ ਲੱਗ ਜਾਂਦਾ ਉਹਦਾ ਮਤਲਬ ਹੀ ਨਹੀਂ, ਫਿਰ ਇਟਸ ਨੋ ਮੋਰ ਅ ਬ੍ਰੇਕਿੰਗ ਨਿਊਜ਼। ਕੱਲ੍ਹ ਚੱਲਣ ਦੇ ਉੱਪਰ ਦੇਖੋ ਲੇਟੈਸਟ ਜਿਹੜਾ ਬੱਚਿਆਂ ਦਾ ਸਟੇਟਲੈਸ ਜਿਹੜਾ ਰੂਟ ਹੈਗਾ ਉਹਦੇ ਬਾਰੇ ਗੱਲ ਕੀਤੀ ਹੈ। ਕੋਈ ਨਾ ਕੋਈ ਜਿਹੜਾ ਵੀ ਨਵਾਂ ਕੁਝ ਨਿਕਲੇਗਾ ਅਸੀਂ ਲੈ ਕੇ ਆਵਾਂਗੇ। ਇਕਬਾਲਦੀਪ ਜੀ, ਹੁਣ ਜਿਹੜੇ ਇਹਦਾ ਹੈਗਾ ਨਵਾਂ ਪਲਾਨ ਫॉर द ਇਮੀਗ੍ਰੇਸ਼ਨ ਪਾਲਿਸੀ ਸਟੇਟਮੈਂਟ, UK ਨੇ ਨਾ ਤਕਰੀਬਨ 25,000 ਤੀਵੀਆਂ, ਬੱਚੇ ਤੇ ਔਰਤ ਜਿਨ੍ਹਾਂ ਨੂੰ ਰਿਫਿਊਜ਼ ਚਾਹੀਦਾ ਸੀਗਾ ਫਰੋਮ ਕ੍ਰੂਸ਼ਲ ਸਰਕਮਸਟੈਂਸਿਸ, ਮੀਨ ਜਿਨ੍ਹਾਂ ਦੇ ਲਾਈਫ ਡੇਂਜਰ 'ਚ ਸੀਗੀ ਜਾਂ ਜਿਹੜੇ ਕੰਟਰੀ ਜਾ ਨਹੀਂ ਸਕਦੇ ਸੀਗੇ। ਕ੍ਰੂਸ਼ਲ ਮੀਨਸ ਕਿ ਬੜੀ ਡੇਂਜਰ ਹਾਲਾਤ ਹੋਣ ਤੇ ਅਕਰੋਸ ਦਾ ਵਰਲਡ
यूके ने मोर दैन एनी अदर यूरोपीयन कंट्री ने ਬੰਦੇ ਐਕਸੈਪਟ ਕੀਤੇ ਨੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਯੂਕੇ ਦੇ ਵਿੱਚ ਜੇ ਅਸੀਂ ਜਿਹੜੀ ਅਸਾਲਮ ਦੀਆਂ ਜਿਹੜੀਆਂ ਚੇਂਜਸ ਜਿਹੜੀਆਂ ਹੈਗੀਆਂ ਵਾ, ਇਹ ਵੀ ਹੁਣ ਜਿਹੜੀਆਂ ਅਨਾਉਂਸਮੈਂਟ ਜਿਹੜੀ ਕੀਤੀ ਹੈਗੀ 24 ਆਫ ਮਾਰਚ ਜਿਹੜੇ ਆ ਰਿਫਾਰਮਸ ਜਿਹੜੇ ਆਣੇ ਹੈਗੇ, ਉਹਦੇ ਵਿੱਚ ਅਸਾਲਮ ਦਾ ਵੀ ਬਹੁਤ ਲੀਡ ਇੱਕ ਉਹਨਾਂ ਨੇ ਕੀਤਾ ਹੈਗਾ। ਅਸਾਲਮ ਤੋਂ ਮਤਲਬ ਵੀ ਜੇ ਕੋਈ ਬੰਦੇ ਨੂੰ ਆਪਣੀ ਕੰਟਰੀ ਤੋਂ ਖਤਰਾ ਹੈਗਾ ਜਾਂ ਵਾਪਸ ਨਹੀਂ ਜਾ ਸਕਦਾ ਜਾਂ ਕੀ ਉਹਦੀ ਪ੍ਰੋਬਲਮ ਹੈਗੀ ਆ, ਤੇ ਉਹ ਕਦੋਂ ਅਸਾਲਮ ਕਲੇਮ ਕਰਦਾ, ਅਸਾਲਮ ਤੋਂ ਉਹਦੀ ਕੀ ਪ੍ਰੋਬਲਮਸ ਹੈਗੀਆਂ, ਤੇ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਰਿਫਾਰਮਸ ਲੈ ਕੇ ਆਉਂਦੇ ਹੈਗੇ ਆ। ਇਹਦਾ ਮੇਨ ਆਪਾਂ ਲਾਸਟ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ। ਇਹ ਮੇਨ ਜਿਹੜੀ ਇਹਦੇ ਵਿੱਚ ਇਹ ਹੈਗੀ ਆ ਵੀ ਉਹ ਇਹ ਕਹਿੰਦੇ ਵੀ ਅਸੀਂ ਹੁਣ ਇਹ ਦੇਖਣਾ ਹੈਗਾ ਤੁਹਾਡੀ ਮੀਨਸ ਆਫ ਐਂਟਰੀ ਕੀ ਹੈਗੀ ਆ ਯੂਕੇ ਦੇ ਵਿੱਚ, ਤੇ ਤੁਸੀਂ ਆਏ ਕਿੱਦਾਂ ਹੈਗੇ ਹੋ, ਤੁਸੀਂ ਸੇਫ ਕੰਟਰੀ ਦੇ ਥਰੂ ਆਏ ਹੈਗੇ ਹੋ, ਤੇ ਤੁਸੀਂ ਅਨਸੇਫ ਕੰਟਰੀ ਦੇ ਥਰੂ ਆਏ ਹੈਗੇ, ਡਾਇਰੈਕਟ ਆਏ ਹੈਗੇ ਹੋ। ਤੇ ਜੇ ਤੁਸੀਂ ਸੇਫ ਕੰਟਰੀ ਤੋਂ, ਫੋਰ ਐਗਜ਼ਾਮਪਲ ਜੇ ਕੋਈ ਬੰਦਾ ਫਰਾਂਸ ਤੋਂ ਆਉਂਦਾ ਹੈਗਾ ਇੱਥੇ, ਉਹ ਫਰਾਂਸ ਇੱਕ ਸੇਫ ਕੰਟਰੀ ਆ, ਰਾਈਟ, ਤੇ ਉਹਦੇ ਵਿੱਚ ਵੀ ਉਹ ਅਸਾਲਮ ਕਲੇਮ ਕਰ ਸਕਦਾ ਸੀਗਾ। ਉਹ ਇਹ ਕਹਿੰਦੇ ਪਏ ਵੀ ਉੱਥੇ ਕਿਉਂ ਨਹੀਂ ਕੀਤਾ ਤੁਸੀਂ ਯੂਕੇ ਆ ਕੇ, ਤਾਂ ਇਹਦਾ ਮਤਲਬ ਉਹ ਕਹਿੰਦੇ ਵੀ ਹਾਂਜੀ, ਉਹ ਕਹਿੰਦੇ ਵੀ ਤੁਸੀਂ ਯੂਕੇ ਆ ਕੇ ਅਸਾਲਮ ਕਲੇਮ ਕੀਤਾ ਹੈਗਾ, ਤੁਸੀਂ ਫਰਾਂਸ ਤੋਂ ਆਏ, ਫਰਾਂਸ ਵੀ ਇੱਕ ਸੇਫ ਕੰਟਰੀ ਹੈਗੀ, ਤੁਸੀਂ ਉੱਥੇ ਕਿਉਂ ਨਹੀਂ ਕੀਤਾ? ਇਹਦਾ ਮਤਲਬ ਇਹ ਹੈਗਾ ਵੀ ਜਿਹੜੀ ਮੀਨਸ ਆਫ ਐਂਟਰੀ ਹੈਗੀ ਆ ਬੰਦੇ ਦੀ, ਲੀਗਲ ਜਾਂ ਇਲੀਗਲ, ਇਹ ਹੁਣ ਅੱਗੇ ਤੋਂ ਪ੍ਰੋਸੈਸਿੰਗ ਦੇ ਵਿੱਚ ਮੈਟਰ ਕਰੂਗੀ ਉਹਦਾ ਅਸਾਲਮ ਕਲੇਮ ਐਡਮਿਸਿਬਲ ਹੈਗਾ ਕਿ ਨਹੀਂ ਐਡਮਿਸਿਬਲ ਹੈਗਾ। ਅਕਬਰ ਜੀ, ਮੈਂ ਜਰਾ ਪਿੱਛੇ ਜਾਵਾਂਗਾ। ਜਿਹੜਾ ਆਪਣੇ ਬੱਚਿਆਂ ਦੀ ਸਟੇਟਲੈਸ ਬੱਚਿਆਂ ਦੀ ਗੱਲ ਕਰਦੇ ਸੀਗੇ ਜਿਨ੍ਹਾਂ ਨੇ ਰਜਿਸਟਰ ਨਹੀਂ ਕਰਾਏ, ਬਿਕੋਜ਼ ਉਹ ਵੇਟ ਕਰਦੇ ਸੀ ਕਿ 5 ਸਾਲ ਤੋਂ ਬਾਅਦ ਕਰਾਂਗੇ, ਵਿਚ ਇਜ਼ ਕੁਆਇਟ ਅੰਡਰਸਟੈਂਡੇਬਲ, ਤਾਂ ਕਰਕੇ ਤੁਸੀਂ ਰਜਿਸਟਰ ਨਹੀਂ ਕਰਾਏ। ਜਿਨ੍ਹਾਂ ਨੇ ਰਜਿਸਟਰ ਕਰਾ ਲਿਆ ਹੋਇਆ ਉਹਨਾਂ ਦਾ ਕੀ ਹਿਸਾਬ ਹੋਏਗਾ? ਉਹਨਾਂ ਦੇ ਆਰ ਨੋਟ ਸਟੇਟਲੈਸ ਨਾਓ। ਜਿਨ੍ਹਾਂ ਨੇ ਰਜਿਸਟਰ ਕਰਾ ਲਏ ਹੈਗੇ ਆ ਬੱਚੇ, ਜੇ 5 ਸਾਲ ਤੋਂ ਥੱਲੇ ਹੈਗੇ, ਉਹ ਸਟੇਟਲੈਸ ਨਹੀਂ ਹੈਗੇ, ਫਿਰ ਉਹਨਾਂ ਦੀ ਨੈਸ਼ਨੈਲਿਟੀ ਇੰਡੀਅਨ ਸਿਟੀਜ਼ਨਸ਼ਿਪ ਬਣ ਜਾਂਦੀ ਹੈਗੀ ਆ। ਤੇ ਤੁਹਾਨੂੰ ਹੁਣ ਜਿੱਦਾਂ ਫੋਰ ਐਗਜ਼ਾਮਪਲ ਅਸੀਂ ਲੈ ਸਕਦੇ ਹੈਗੇ ਵੀ, ਹੁਣ ਕਈ ਪੇਰੈਂਟਸ ਹੋ ਸਕਦੇ ਜਿਨ੍ਹਾਂ ਦੇ 2 ਬੱਚੇ ਹੋ ਸਕਦੇ ਆ, ਇੱਕ ਨੂੰ ਸਟੇਟਲੈਸ ਬੇਸਿਸ ਦੇ ਉੱਤੇ 5 ਸਾਲ ਦਾ ਉਹਨੂੰ ਜਿੱਦਾਂ ਮਿਲ ਗਿਆ ਹੈਗਾ, ਵੀਜ਼ਾ ਮਿਲ ਗਿਆ ਹੈਗਾ, ਤੇ ਉਹਨੂੰ ਉਹਦੇ ਬੇਸ ਦੇ ਉੱਤੇ ਉਹਦਾ ਜਿਹੜਾ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇੱਥੇ ਲੀਵ ਟੂ ਰਿਮੇਨ ਮਿਲ ਗਈ ਹੈਗੀ ਆ। ਪਲੱਸ ਉਹਦੇ ਨਾਲ ਇੱਕ ਹੋਰ ਕੋਈ ਬੱਚਾ ਉਹਨਾਂ ਦਾ ਹੋਰ ਵੀ ਹੋ ਸਕਦਾ ਜਿਹਦਾ ਕਿ 2 ਜਾਂ 3 ਸਾਲ ਦਾ ਹੋ ਸਕਦਾ, ਵੀ ਮਾਂ ਬਾਪ ਨੇ ਟਰੈਵਲ ਕਰਨਾ ਹੋਵੇ ਜੇ ਇੰਡੀਆ, ਉਹਨਾਂ ਨੇ ਜੇ ਉਸ ਬੱਚੇ ਦੀ, ਜਿਹੜਾ ਛੋਟਾ ਬੱਚਾ ਹੈਗਾ, ਉਹਦੀ ਪਾਸਪੋਰਟ ਬਣਾ ਲਈ ਹੈਗੀ ਆ ਰਜਿਸਟਰ ਕਰਾ ਕੇ, ਤੇ ਫਿਰ ਉਹ ਸਟੇਟਲੈਸ ਨਹੀਂ ਰਹਿ ਜਾਂਦਾ, ਫਿਰ ਉਹ ਇੰਡੀਅਨ ਨੈਸ਼ਨਲ ਬਣ ਜਾਂਦਾ ਹੈਗਾ, ਤੇ ਫਿਰ ਉਹ ਸਟੇਟਲੈਸ ਪ੍ਰੋਵੀਜ਼ਨ ਚ ਨਹੀਂ ਆਊਗਾ। ਫਿਰ ਉਹਨੂੰ 10 ਇਅਰਸ ਦੇ ਰੂਟ ਦੇ ਉੱਤੇ ਜਦੋਂ ਸਿਟੀਜ਼ਨਸ਼ਿਪ ਮਿਲੂਗੀ, ਜਦੋਂ 10 ਸਾਲ ਪੂਰੇ ਕਰ ਲੂਗਾ ਇੱਥੇ, 10 ਇਅਰਸ ਰੂਟ ਦੇ ਉੱਤੇ, ਫਿਰ ਜਦੋਂ ਜਿਨ੍ਹਾਂ ਨੇ ਨਹੀਂ ਕਰਾਇਆ ਉਹ ਬੈਟਰ ਹੈਗਾ ਕਿਉਂਕਿ ਸਟੇਟਲੈਸ ਹੋ ਕੇ ਉਹਨਾਂ ਨੂੰ ਛੇਤੀ ਮਿਲੇਗੀ ਪੀਆਰ। ਹਾਂਜੀ, ਅੱਜ ਦੀ ਡੇਟ ਵਿੱਚ ਜਿਹੜਾ ਅੱਜ ਕਾਨੂੰਨ ਕਹਿੰਦਾ ਹੈਗਾ ਵੀ ਜੇ ਤੁਸੀਂ 5 ਸਾਲ ਦੇ ਬੱਚਾ ਤੁਹਾਡਾ ਹੋ ਗਿਆ ਆ ਇੱਥੇ, ਤੇ ਤੁਸੀਂ ਉਹਨੂੰ ਰਜਿਸਟਰ ਨਹੀਂ ਕੀਤਾ ਹੈਗਾ, ਤੇ ਤੁਸੀਂ ਇਫ ਯੂ ਅਲਾਉਡ ਯੂ ਚਾਈਲਡ ਜੇ ਸਟੇਟਲੈਸ ਰਹਿਣਾ ਹੋਵੇ ਉਹਨੇ, ਤੇ ਇਨ ਦੈਟ ਕੇਸ ਉਹ ਕਹਿੰਦੇ ਵੀ ਠੀਕ ਹੈ, ਤੁਹਾਨੂੰ ਅਸੀਂ ਸਟੇਟਲੈਸ ਪ੍ਰੋਵੀਜ਼ਨਸ ਦੇ ਅੰਦਰ ਅਸੀਂ ਤੁਹਾਨੂੰ ਬੱਚੇ ਨੂੰ ਰਜਿਸਟਰ ਕਰਦੇ ਹੈਗੇ ਆ ਬ੍ਰਿਟਿਸ਼ ਸਿਟੀਜ਼ਨਸ਼ਿਪ ਵਾਸਤੇ। ਤੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ, ਜਿੱਦਾਂ ਮੈਂ ਹੁਣੇ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀਗੀ, ਇਹ ਕਾਨੂੰਨ ਦੇ ਵਿੱਚ ਸਖਤੀ ਹੋ ਜਾਣੀ ਹੈਗੀ ਆ, ਜਿਹਦੇ ਵਿੱਚ ਰਿਕੁਆਇਰਮੈਂਟਸ ਇਨਕਰੀਜ਼ ਹੋ ਜਾਣੀਆਂ ਹੈਗੀਆਂ, ਉਹਨਾਂ ਨੂੰ ਸੈਟਿਸਫਾਈ ਕਿੱਦਾਂ ਕਰਨਾ ਹੈਗਾ। ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਕੋਈ ਅਟੈਂਪਟ ਨਹੀਂ ਵੀ ਕੀਤੀ ਹੈਗੀ, ਤੁਸੀਂ ਬੱਚਾ ਨੂੰ ਇੱਦਾਂ ਹੀ ਛੱਡ ਦਿੱਤਾ ਹੈਗਾ, ਤਾਂ ਤੁਸੀਂ ਲੈਟਰ ਲੈ ਸਕਦੇ ਹੈਗੇ, ਤੁਸੀਂ ਅਪਲਾਈ ਕਰ ਸਕਦੇ। ਮੇ ਬੀ ਆਉਣ ਵਾਲੇ ਟਾਈਮ ਦੇ ਵਿੱਚ, ਜਿੱਦਾਂ ਮੈਂ ਪਹਿਲੇ ਵੀ ਗੱਲ ਕੀਤੀ ਹੈਗੀ ਆ ਵੀ ਉਹਦੀਆਂ ਰਿਕੁਆਇਰਮੈਂਟਸ ਦੇ ਵਿੱਚ ਇਹ ਪੇਰੈਂਟਸ ਨੇ ਕੀ ਰੋਲ ਪਲੇ ਕੀਤਾ ਹੈਗਾ ਉਹ ਬੱਚਿਆਂ ਨੂੰ ਰਜਿਸਟਰ ਕਰਾਉਣ ਦਾ ਜਾਂ ਨਹੀਂ ਕਰਾਉਣ ਦਾ, ਜਾਂ ਕਿੱਦਾਂ ਕਿਹੜੀ ਰਿਕੁਆਇਰਮੈਂਟ ਰੱਖਦੇ ਹੈਗੇ ਆ। ਇਹ ਹੁਣ ਆਉਣ ਵਾਲੇ ਜਿਹੜਾ ਟਾਈਮ ਦੇ ਵਿੱਚ ਸਾਨੂੰ ਹੋਰ ਕਲੈਰੀਫਾਈ ਆ ਜਾਊਗੀ। ਕਾਫੀ ਫਾਸਟ ਰਿਫਾਰਮਸ ਆ ਰਹੇ ਹੈਗੇ ਆ ਕਿ ਇਹ ਰੀਸੈਂਟ ਅਨਾਉਂਸਮੈਂਟ ਹੈਗੀ 24 ਆਫ ਮਾਰਚ ਦੀ, ਤੇ ਇਹਦੀ ਅੱਗੇ ਹੋਰ ਕਲੈਰੀਫਿਕੇਸ਼ਨ ਜਦੋਂ ਆਉਂਦੀ ਹੈਗੀ ਤਾਂ ਫਿਰ ਆਪਾਂ ਅਪਡੇਟ ਕਰਦੇ ਰਹਾਂਗੇ। ਪਰ ਜਿੱਦਾਂ ਮੈਂ ਕਿਹਾ ਹੈਗਾ ਪਹਿਲੇ ਵੀ, ਇੱਦਾਂ ਦੀ ਰਿਫਾਰਮਸ ਇਹਨੂੰ ਇਸ ਸਿਸਟਮ ਨੂੰ ਉਹਨਾਂ ਨੇ ਟਾਈਟਨ ਕਰ ਦੇਣਾ ਹੈਗਾ। ਸਿਰਫ ਇਹ ਚੀਜ਼ ਇੰਟਰੋਡਿਊਸ ਕੀਤੀ ਹੈਗੀ, ਰੂਟ ਬੰਦ ਨਹੀਂ ਹੋਇਆ ਹੈਗਾ ਹਾਲੇ। ਇਕਬਾਲਦੀਪ ਜੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਇਕਬਾਲਦੀਪ ਜੀ ਸਪੈਸ਼ਲਿਸਟ ਇਨ ਇਮੀਗ੍ਰੇਸ਼ਨ ਲਾਅ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬੜਾ ਉਹਨਾਂ ਨੇ ਹਾਰਡ ਵਰਕ ਕਰਕੇ, ਬੜੀ ਇਹਨਾਂ ਦੇ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲਾਸਟ ਟਾਈਮ ਕਾਫੀ ਬੰਦਿਆਂ ਨੂੰ ਜੋ ਇਹਨਾਂ ਨੇ ਪੀਆਰ ਲੈ ਕੇ ਦਿੱਤੀ ਹੈ, ਉਹਨਾਂ ਨੇ ਫੇਸਬੁੱਕ ਦੇ ਉੱਪਰ ਇਹਨਾਂ ਨੂੰ ਥੈਂਕ ਯੂ ਕਰਨ ਦੀ ਆਪਣੀ ਛੋਟੀ ਜਿਹੀ ਕਲਿੱਪ ਪਾਈ ਹੈ, ਜੋ ਕਿ ਅਸੀਂ ਇਸ ਪ੍ਰੋਗਰਾਮ 'ਚ ਦਿਖਾਉਂਦੇ। ਜਦੋਂ ਇਕਬਾਲਦੀਪ ਜੀ ਸਟੂਡੀਓ ਆਉਣਗੇ ਅਸੀਂ ਤੁਹਾਨੂੰ ਕਲਿੱਪ ਦਿਖਾਵਾਂਗੇ ਜਿਨ੍ਹਾਂ ਲੋਕਾਂ ਦੇ ਕੰਮ ਇਹਨਾਂ ਨੇ ਸਹੀ ਕੀਤੇ ਨੇ, ਉਹ ਲੋਕਾਂ ਨੂੰ ਪੀਆਰ ਮਿਲੀ ਹੈ। ਬਹੁਤ ਅੱਛਾ ਲੱਗਦਾ ਹੈ, ਬਹੁਤ ਤੁਹਾਨੂੰ ਅੱਛਾ, ਮਤਲਬ ਤੁਸੀਂ ਇਹਨਾਂ ਨੂੰ ਵਕੀਲ ਨੂੰ ਚੂਜ਼ ਕਰਕੇ ਆਪਣਾ ਕੇਸ ਫਾਈਟ ਕਰਕੇ ਤੁਹਾਨੂੰ ਪੀਆਰ ਮਿਲੀ ਹੈ, ਬਹੁਤ ਵਧਾਈ ਹੋਵੇ। ਇਕਬਾਲਦੀਪ ਜੀ, ਹੁਣ ਜਿੱਦਾਂ ਟੌਪ 5 ਯੂਰਪੀਅਨ ਕੰਟਰੀਆਂ ਹੈਗੀਆਂ ਨੇ ਰੀਸੈਟਲਮੈਂਟ ਸਕੀਮ ਦੇ ਵਿੱਚ 2015-2019, ਜਿੱਦਾਂ ਯੂਕੇ ਹੋਇਆ, ਸਵੀਡਨ, ਫਰਾਂਸ, ਨਾਰਵੇ ਐਂਡ ਜਰਮਨੀ। ਯੂਕੇ ਨੇ 29,000 ਰਿਫਿਊਜੀਜ਼ ਫੈਮਿਲੀ ਰੀਯੂਨੀਅਨ ਸਕੀਮ ਬਿਟਵੀਨ 2015-19 ਇਹਨਾਂ ਨੇ ਕੀਤਾ ਸੀਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਯੂਕੇ ਹੈਗਾ ਇਹਦੀ ਪ੍ਰਾਊਡ ਰੈਪੂਟੇਸ਼ਨ ਆ, ਜਿਹੜੇ ਜੈਨੂਅਨ ਨੀਡ ਦੇ ਵਿੱਚ ਹੈਗੇ ਆ ਅਸਾਈਲਮ ਸੀਕਰਸ, ਇੱਥੇ ਇਸ ਕੰਟਰੀ ਨੇ ਬਹੁਤ ਕੁਝ ਦਿੱਤਾ ਹੈਗਾ ਉਹਨਾਂ ਨੂੰ।
ਉਹਨਾਂ ਨੂੰ ਉਹਨਾਂ ਦੇ ਕੇਸ ਸੁਣੇ ਗਏ ਹੈਗੇ ਆ, ਉਹਨਾਂ ਨੂੰ ਸਹੂਲਤਾਂ ਵੀ ਮਿਲੀਆਂ ਹੈਗੀਆਂ ਇੱਥੇ। ਯੂਕੇ ਇੱਕ ਐਸੀ ਕੰਟਰੀ ਹੈਗੀ ਆ ਜਿਹਦੇ ਵਿੱਚ ਹਰ ਇੱਕ ਬੰਦੇ ਦੀ ਜੇ ਤੁਹਾਡਾ ਲੀਗਲੀ ਤੁਸੀਂ ਵਾਕਈ ਤੁਸੀਂ ਕੁਆਲੀਫਾਈ ਕਰਦੇ ਸੁਣਵਾਈ ਹੈਗੀ ਆ। ਇੰਡੀਅਨ ਨੈਸ਼ਨਲਸ ਵੀ ਇੱਦਾਂ ਦੇ ਕਈ ਹੈਗੇ ਜਿਨ੍ਹਾਂ ਨੂੰ ਅਸਾਈਲਮ ਮਿਲੀ ਹੈਗੀ ਆ ਇੱਥੇ, ਜਿਹੜੇ ਉਹਦਾ ਕੇਸਾਂ ਦੇ ਅਕੋਰਡਿੰਗਲੀ। ਤੇ ਬੜੀ ਇਹ ਇੱਕ ਆਪਣਾ ਮੋਡਰੇਟ ਕੰਟਰੀ ਹੈਗੀ ਆ। ਇਹਦਾ ਇਮੀਗ੍ਰੇਸ਼ਨ ਸਿਸਟਮ ਠੀਕ ਹੈ, ਟਾਈਟ ਕੀਤਾ ਹੈਗਾ ਇਹਨਾਂ ਨੇ ਕਿਉਂਕਿ ਅਬਿਊਜ਼ ਨਾ ਹੋਵੇ। ਪਰ ਜਿਹੜੇ ਜੈਨੂਅਨ ਨੀਡ ਦੇ ਵਿੱਚ ਹੈਗੇ, ਜਿੱਦਾਂ ਤੁਸੀਂ ਗੱਲ ਕੀਤੀ ਹੈਗੀ, ਟੌਪ 5 ਦੇ ਵਿੱਚ ਯੂਕੇ ਆਉਂਦਾ ਹੈਗਾ ਟੌਪ ਦੇ ਉੱਤੇ, ਜਿਹਨੇ ਇੰਨੀ ਦੁਨੀਆ ਦੇ ਵਿੱਚੋਂ ਅਸਾਈਲਮ ਲੋਕਾਂ ਨੂੰ ਗ੍ਰਾਂਟ ਕੀਤਾ ਹੈਗਾ, ਉਹਨਾਂ ਦੀਆਂ ਜਾਨਾਂ ਸੇਵ ਕੀਤੀਆਂ ਹੈਗੀਆਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਮੈਂ ਇੱਕ ਦਫਾ ਫਿਰ ਦੱਸ ਦਵਾਂ, ਜਿਹੜੇ ਬੱਚੇ ਦੀ ਉਹਦੀ ਗੱਲ ਕਰਕੇ ਹਟੇ ਸੀ, ਤੁਹਾਨੂੰ ਜਿਹੜਾ ਸਟੇਟਲੈਸ ਹੈਗਾ, ਜਿਹੜੇ 5 ਸਾਲ ਤੋਂ ਉੱਪਰ ਹੋ ਗਏ ਤੇ ਉਹਨਾਂ ਨੇ ਤੁਸੀਂ ਰਜਿਸਟਰ ਨਹੀਂ ਸੀ ਕਰਾਇਆ ਨਾ, ਬਿਕੋਜ਼ ਦੇ ਸਟੇਟਲੈਸ ਬੜੇ ਅੱਛੇ ਚਾਂਸਿਸ ਹੈਗੇ ਨੇ। ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਕਹਿੰਦਾ ਹੁੰਦਾ, ਦਿਸ ਇਜ਼ ਅ ਵੈਰੀ ਕੰਪਲੀਕੇਟਿਡ ਸਬਜੈਕਟ। ਇਕਬਾਲਦੀਪ ਜੀ ਨੇ ਸਪੈਸ਼ਲਾਈਜ਼ਡ ਲਾਅ ਕੀਤਾ ਗਿਆ, ਇਮੀਗ੍ਰੇਸ਼ਨ ਦਾ ਲਾਅ। ਪਲੀਜ਼ ਕੋਈ ਵੀ ਕੰਮ ਹੁੰਦਾ ਹਮੇਸ਼ਾ ਵਕੀਲ ਦੇ ਥਰੂ ਕੰਮ ਕਰਾਓ। ਜੇ ਇੱਕ ਦਫਾ ਕੋਈ ਨਾ ਕੋਈ ਐਪਲੀਕੇਸ਼ਨ ਅੰਦਰ ਬਾਹਰ ਅੱਗੇ ਪਿੱਛੇ ਆਉਣ ਲੱਗ ਜੇ ਨਾ, ਉਹਦੇ 'ਚ ਦਿੱਕਤ ਹੋ ਸਕਦੀ ਹੈ। ਸੋ ਡੂ ਇਟ ਕਰੈਕਟ, ਡੂ ਦ ਫਸਟ ਟਾਈਮ, ਡੂ ਦ ਰਾਈਟ ਵੇ। ਸੋ ਕਾਲ ਕਰੋ 0121551001। ਕਿਸੇ ਵੀ ਤਰ੍ਹਾਂ ਦਾ ਮੁੱਦਾ ਹੈਗਾ, ਬੱਚਾ ਦਾ ਹੋਵੇ, ਫੈਮਿਲੀ ਦਾ ਹੋਵੇ, ਮਾਂ ਪਿਓ ਦਾ ਹੋਵੇ, ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਕਾਲ ਕਰੋ। ਪਤਾ ਲੱਗਦਾ ਕਿ ਲਾਈਨਾਂ ਕਾਫੀ ਬਿਜ਼ੀ ਨੇ, ਕਿਉਂਕਿ ਮੈਂ ਦੱਸਿਆ ਸੀ ਸ਼ੋਅ ਕਾਲ ਨਹੀਂ ਲੈ ਸਕਦੇ। ਤੇ ਮੋਸਟ ਪੀਪਲ ਗੋਨ ਲਿਵ ਦਾ ਨੰਬਰ ਜੋ ਕਿ ਇਕਬਾਲਦੀਪ ਜੀ ਨੂੰ ਦਿੱਤਾ ਜਾਏਗਾ, ਤੇ ਉਹ ਤੁਹਾਨੂੰ ਵਿਦਨ ਏ ਡੇ ਔਰ ਟੂ ਤੁਹਾਨੂੰ ਕਾਲ ਕਰਦੇ ਨੇ। ਕਈ ਦਫਾ ਤਾਂ ਦੇਖਿਆ ਪਿਛਲੇ ਫਿਊ ਵੀਕਸ ਰਾਤੀ ਸ਼ੁਰੂ ਕਰ ਦਿੰਦੇ ਨੇ, ਆਫਟਰ ਦਾ ਸ਼ੋਅ ਸਟਾਰਟਸ ਕਾਲਿੰਗ ਯੂ। ਤਾਂ ਬੜਾ ਅੱਛਾ ਉਹਨਾਂ ਦਾ, ਬਿਕੋਜ਼ ਕਈ ਦਫਾ ਇੰਪੋਰਟੈਂਟ ਗੱਲਾਂ ਹੁੰਦੀਆਂ ਤੇ ਵੇਟ ਨਹੀਂ ਹੁੰਦੀਆਂ। ਇਕਬਾਲਦੀਪ ਜੀ 2019 ਦੇ ਵਿੱਚ ਨਾ 32,000 illegal attempts ਲੋਕਾਂ ਨੇ ਕੀਤੇ ਸੀ ਟੂ ਐਂਟਰ UK। It's such a huge number of people in European countries trying to come to UK. 32,000 is a lot of people at the moment. ਹਾਂਜੀ, ਜਿਹੜਾ ਅਸਾਲਮ ਦੇ ਰਿਫਾਰਮਸ ਜਿਹੜੇ ਹੈਗੇ ਆ, ਇਹਦੀ ਸਭ ਤੋਂ ਵੱਡੀ ਜਿਹੜੀ ਰਿਫਾਰਮਸ ਲਿਆਉਣ ਦੀ ਇਹਦਾ ਰੀਜ਼ਨ ਇਹ ਹੈਗਾ ਵੀ ਲੋਕੀ ਜਿਹੜੇ ਹੈਗੇ ਆ, ਜਿਹੜੇ ਮਾਈਗ੍ਰੈਂਟਸ ਜਿਹੜੇ ਹੈਗੇ ਆ, ਆਪਣੀ ਦੂਸਰੀ ਕੰਟਰੀ ਜਿੱਦਾਂ ਉਧਰਲੇ ਯੂਰਪ ਮੇਨਲੈਂਡ ਦੇ ਵਿੱਚ ਬੈਠੇ ਹੈਗੇ ਆ, ਵਿੱਚ ਸਮੁੰਦਰ ਪੈਂਦਾ, ਇੰਗਲਿਸ਼ ਚੈਨਲ ਹੁੰਦਾ ਹੈਗਾ, ਫੇਰੀਆਂ ਦੇ ਵਿੱਚ। ਤੇ ਜਿੱਦਾਂ ਆਉਂਦੇ ਹੈਗੇ ਆ, ਜਿਹੜੀਆਂ ਹਵਾ ਵਾਲੀਆਂ ਫੇਰੀਆਂ ਵੀ ਕਈ ਹੁੰਦੀਆਂ, ਆਪਣੀ ਜਾਨ ਨੂੰ ਜਿੱਦਾਂ ਰਿਸਕ ਦੇ ਵਿੱਚ ਪਾ ਕੇ ਇੱਥੇ ਆ ਕੇ ਆਉਂਦੇ ਹੈਗੇ। ਇਹ ਚੀਜ਼ ਨੂੰ ਉਹ ਸਟਾਪ ਕਰਨਾ ਚਾਹੁੰਦੇ ਹੈਗੇ, ਕਿਉਂਕਿ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਇੰਸਟੈਂਸਿਸ ਦੇ ਵਿੱਚ ਵੀ ਜਿਹੜੇ ਉਹਦੀ ਸਮੁੰਦਰ ਦੇ ਵਿੱਚ ਡੁੱਬ ਕੇ ਇਹਦੀ ਮੌਤ ਹੋ ਗਈ, ਉਹਦੀ ਮੌਤ ਹੋ ਗਈ, ਇੱਥੇ ਆ ਮਾਈਗ੍ਰੈਂਟਸ ਜਿੱਦਾਂ ਡੁੱਬ ਕੇ ਮਰ ਗਏ। ਇਹ ਬੜੀਆਂ ਨਿਊਜ਼ ਪਿੱਛੇ 2-3 ਸਾਲ ਤੋਂ ਬਹੁਤ ਜ਼ਿਆਦਾ ਆ ਰਹੀਆਂ ਸੀਗੀਆਂ। ਇੱਥੇ ਜਿਹੜੀ ਗਵਰਨਮੈਂਟ ਜਿਹੜੀ ਹੈਗੀ ਆ, ਇਹ ਇਸ ਚੀਜ਼ ਨੂੰ ਸਟਾਪ ਕਰਨਾ ਚਾਹੁੰਦੀ ਹੈਗੀ ਵੀ ਲੋਕੀ ਐਡੇ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਨਾ ਪਾਓ, ਵੀ ਉੱਥੋਂ ਤੁਸੀਂ ਇੱਥੇ ਨਾ ਆਓ ਸਿਰਫ ਅਸਾਈਲਮ ਕਲੇਮ ਕਰਨ ਵਾਸਤੇ। ਤੇ ਤੁਸੀਂ ਆਪਣਾ ਇਹਦੇ ਕਰਕੇ ਉਹਨਾਂ ਨੇ ਅਸਾਈਲਮ ਸਿਸਟਮ ਵਿੱਚ ਰਿਫਾਰਮਸ ਲੈ ਕੇ ਆਉਂਦੇ ਹੈਗੇ, ਜਿਹਦੇ ਕਰਕੇ ਉਹਨਾਂ ਨੇ ਕਿਹਾ ਸੀ ਤੁਹਾਡੀ ਮੀਨਸ ਆਫ ਐਂਟਰੀ ਜਿਹੜੀ ਹੈਗੀ ਯੂਕੇ ਦੇ ਵਿੱਚ ਉਹ ਮੈਟਰ ਕਰੂਗੀ, ਤੁਸੀਂ ਅਸਾਈਲਮ ਇੱਥੇ ਐਡਮਿਸਿਬਲ ਹੈਗੇ ਜਾਂ ਇਨਐਡਮਿਸਿਬਲ ਹੈਗੇ ਹੋ। ਇਹ ਚੀਜ਼ ਨੂੰ ਰੋਕਣਾ ਚਾਹੁੰਦੇ ਹੈਗੇ ਆ ਵੀ ਤੁਸੀਂ ਜਿੱਥੇ ਹੈਗੇ ਹੋ ਉੱਥੇ ਹੀ ਤੁਸੀਂ ਰਹੋ। ਜਿੱਦਾਂ ਹੁਣ ਉਹਨਾਂ ਨੇ ਤੁਸੀਂ ਜਿੱਦਾਂ ਰੀਸੈਟਲਮੈਂਟ ਦੀ ਤੁਸੀਂ ਗੱਲ ਕਰਦੇ ਸੀਗੇ, ਉਹ ਆਪਾਂ ਲਾਸਟ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ, ਉਹਦੇ ਵਿੱਚ ਹੋਰ ਇਨਫੋਰਮੇਸ਼ਨ ਆਈ ਹੈਗੀ ਆ। ਤੇ ਉਹ ਇਹ ਕਹਿੰਦੇ ਵੀ ਜੇ ਤੁਸੀਂ ਲੀਗਲ ਵੇ ਦੇ ਵਿੱਚ ਤੁਸੀਂ ਆਉਂਦੇ ਹੈਗੇ ਹੋ, ਤੁਸੀਂ ਲੀਗਲ ਸਿਸਟਮ ਦੇ ਵਿੱਚ ਲੀਗਲ ਰਸਤੇ ਦੇ ਥਰੂ ਜਿਹੜੇ ਕੀ ਹੈ ਹੁਣ ਇੰਟਰੋਡਿਊਸ ਕਰਨਗੇ ਹੌਲੀ ਹੌਲੀ ਲੀਗਲ ਰਸਤੇ ਕਿਹੜੇ ਹੈਗੇ, ਅਸੀਂ ਤੁਹਾਨੂੰ ਸਟ੍ਰੇਟ ਅਵੇ ਇੱਥੇ ਸੈਟਲਮੈਂਟ ਦੇਵਾਂਗੇ ਤੁਹਾਨੂੰ। ਹੁਣ ਇਸ ਵੇਲੇ ਐਟ ਪ੍ਰੈਜ਼ੈਂਟ ਕੀ ਲਾਅ ਹੈਗਾ ਵੀ ਤੁਹਾਨੂੰ 5 ਸਾਲ ਦੀ ਤੁਹਾਨੂੰ ਮਿਲਦੀ ਹੈਗੀ ਹੈ ਪਹਿਲੇ ਸਟੇ ਇੱਥੇ ਐਜ਼ ਅ ਅਸਾਈਲਮ ਸੀਕਰ, ਫਿਰ ਤੁਸੀਂ 5 ਸਾਲ ਬਾਅਦ ਇੱਥੇ ਇੰਡੈਫੀਨਿਟਲੀ ਟੂ ਰਿਮੇਨ ਤੁਸੀਂ ਕਲੇਮ ਆਪਣਾ ਅਪਲਾਈ ਕਰ ਸਕਦੇ ਹੈਗੇ। ਪਰ ਉਹ ਕਹਿੰਦੇ ਵੀ ਜੇ ਤੁਸੀਂ ਲੀਗਲ ਵੇ ਫੋਲੋ ਕਰੋਗੇ, ਜਿਹੜਾ ਅਸੀਂ ਕਾਨੂੰਨ ਬਣਾਇਆ ਹੈਗਾ, ਪ੍ਰੋਸੀਜਰ ਤੁਸੀਂ ਜੇ ਫੋਲੋ ਕਰੋਗੇ, ਤੇ ਅਸੀਂ ਤੁਹਾਨੂੰ ਸਟ੍ਰੇਟ ਅਵੇ ਇੰਡੈਫੀਨਿਟਲੀ ਟੂ ਐਂਟਰ ਦੇਵਾਂਗੇ ਐਜ਼ ਅ ਰੀਸੈਟਲਮੈਂਟ ਰੂਟ ਤੇ ਅਸਾਈਲਮ ਸੀਕਰ ਦੇ ਬੇਸ ਦੇ ਉੱਤੇ। ਇਹ ਉਹ ਲੋਕਾਂ ਨੂੰ ਇਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਹੋ ਤੁਸੀਂ ਉੱਥੇ ਰਹੋ। ਜੇ ਤੁਸੀਂ ਸੇਫ ਕੰਟਰੀ ਦੇ ਵਿੱਚ ਹੈਗੇ ਹੋ, ਸੇਫ ਕੰਟਰੀ ਦੇ ਵਿੱਚ ਅਸਾਈਲਮ ਕਲੇਮ ਕਰੋ। ਉਹ ਸੇਫ ਕੰਟਰੀ ਨੂੰ ਛੱਡ ਕੇ ਤੁਸੀਂ ਯੂਕੇ ਚ ਨਾ ਆਓ ਆਪਣੀ ਜਾਨ ਨੂੰ ਖਤਰੇ ਚ ਪਾ ਕੇ, ਉਸ ਸਮੁੰਦਰ ਨੂੰ ਕ੍ਰਾਸ ਕਰਕੇ। ਤੇ ਜੇ ਤੁਸੀਂ ਸੇਫ ਕੰਟਰੀ ਤੋਂ ਬਾਹਰ ਨਹੀਂ ਹੈਗੇ, ਥਰਡ ਵਰਲਡ ਕੰਟਰੀ ਚ ਬੈਠੇ ਹੈਗੇ ਹੋ, ਉਹਦੇ ਵਿੱਚ ਤੁਸੀਂ ਉੱਥੇ ਇਹਨਾਂ ਨੇ ਆਪਣੇ ਸਿਸਟਮ ਬਣਾਉਣੇ ਹੈਗੇ, ਪ੍ਰੋਸੀਜਰਸ, ਕੇਸ ਵਰਕਿੰਗ ਯੂਨਿਟਸ ਹੋਣਗੀਆਂ, ਜਿੱਥੇ ਜਿੱਦਾਂ ਹੁਣ ਤੁਸੀਂ ਸੀਰੀਆ ਦੀ ਗੱਲ ਕਰਦੇ ਹੈਗੇ ਹੋ, ਬਾਕੀ ਜਿਹੜੇ ਵਾਰ ਜ਼ੋਨਸ ਕੰਟਰੀਜ਼ ਜਿਹੜੀਆਂ ਹੈਗੀਆਂ, ਰੈੱਡ ਕ੍ਰਾਸ ਤੇ ਜਿਹੜੇ ਰਿਫਿਊਜੀ ਕੈਂਪਸ ਜਿਹੜੇ ਹੋ ਗਏ, ਉੱਥੋਂ ਦੀ ਇਹਨਾਂ ਨੇ ਮੈਨੂੰ ਇਹ ਲੱਗ ਰਿਹਾ ਵੀ ਉੱਥੋਂ ਦੀ ਇਹ ਅਸਾਈਲਮ ਐਪਲੀਕੇਸ਼ਨ ਐਕਸੈਪਟ ਕਰਨਗੇ, ਜਿਨ੍ਹਾਂ ਨੂੰ ਇਹਨਾਂ ਨੇ ਜਿੱਦਾਂ ਇੱਕ ਆਫਰ ਦਿੱਤੀ ਹੈਗੀ ਆ ਵੀ ਤੁਹਾਨੂੰ ਅਸੀਂ ਆਪਣਾ ਸਟ੍ਰੇਟ ਵੇ ਤੁਹਾਨੂੰ ਇੰਡੈਫੀਨਿਟਲੀ ਟੂ ਐਂਟਰ ਦਾ ਤੁਹਾਨੂੰ ਅਸੀਂ ਗ੍ਰਾਂਟ ਕਰਾਂਗੇ, ਰਾਦਰ ਦੈਨ ਵੀ ਤੁਹਾਨੂੰ ਅਸੀਂ ਟੈਂਪਰੇਰੀ ਦੇ ਤੁਹਾਨੂੰ ਵੀਜ਼ਾ ਗ੍ਰਾਂਟ ਕਰੀਏ। ਤੇ ਜਿਹੜੇ ਬੰਦੇ ਹਾਂਜੀ ਕੋਈ ਨਹੀਂ ਬੋਲੋ। ਹਾਂਜੀ, ਜਿਹੜੇ ਬੰਦੇ ਹੁਣ ਜਿੱਦਾਂ ਹੁਣ ਸੇਫ ਕੰਟਰੀ ਤੋਂ ਆ ਰਹੇ ਹੈਗੇ ਆ, ਜਿੱਦਾਂ ਫਰਾਂਸ ਤੋਂ ਆ ਰਿਹਾ ਕੋਈ, ਜਾਂ ਕੋਈ ਹਾਲੈਂਡ ਤੋਂ ਆ ਰਿਹਾ ਹੈਗਾ, ਜਾਂ ਕੋਈ ਵੀ ਇੱਥੋਂ ਦੀ ਕੋਈ ਬੰਦਾ ਆ ਰਿਹਾ ਹੈਗਾ ਵੀ, ਤੇ ਉਹਨੂੰ ਫਿਰ ਇਹਨਾਂ ਨੇ ਉਹਦੀ ਅਸਾਈਲਮ ਕਲੇਮ ਐਡਮਿਟ ਨਹੀਂ ਕਰੂਗੇ ਵੀ ਇਹ ਕਹਿਣਗੇ ਤੂੰ ਉੱਥੇ ਨਹੀਂ ਕਲੇਮ ਕੀਤਾ। ਪਲੱਸ
ਤੇ ਜੇ ਨਹੀਂ ਪਿੱਛੇ ਭੇਜ ਸਕਦੇ ਹੈਗੇ ਤੇ ਉਹਨੂੰ ਫਿਰ ਟੈਂਪਰੇਰੀ ਗ੍ਰਾਂਟ ਦੇਣ ਦਾ ਇਹਨਾਂ ਨੇ ਕਿਹਾ ਹੈਗਾ ਜਿਹੜੀ ਕਿ 30 ਮੰਥਸ ਦੀ ਹੋਊਗੀ, ਪਰ ਉਸ ਤੋਂ 30 ਮੰਥਸ ਤੋਂ ਬਾਅਦ ਬੰਦੇ ਨੂੰ ਵਾਪਸ ਜਾਣਾ ਪਊਗਾ। ਪਰ ਜਿਹੜੀ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਆ, ਜਿਹੜੇ ਯੂਰਪੀਅਨ ਜਿਹੜੇ ਕੰਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਨਾਲ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨਾਂ ਨੂੰ ਜਿਹੜੇ ਬੰਦੇ ਜਿੱਥੋਂ ਇੰਬਾਰਕ ਹੋਏ ਹੈਗੇ, ਜਿੱਥੋਂ ਚੱਲੇ ਹੈਗੇ ਆ, ਉਹਨਾਂ ਨੂੰ ਉੱਥੇ ਵਾਪਸ ਭੇਜਣਾ ਆਪਣਾ ਭੇਜਣ ਦੀ ਇਹ ਗੱਲ ਕਰ ਰਹੇ ਹੈਗੇ ਆ। ਜਿਹੜੀ ਉੱਥੇ ਯੂਰਪੀਅਨ ਜਿਹੜੇ ਕੰਟਰੀ ਜਿਹੜੀਆਂ ਹੈਗੀਆਂ ਡੀਲਾਂ ਉਹਨਾਂ ਨਾਲ ਚੱਲ ਰਹੀਆਂ ਹੈਗੀਆਂ, ਨੈਗੋਸ਼ੀਏਟ ਕਰ ਰਹੇ ਹੈਗੇ ਆ। ਤੇ ਕਿਉਂਕਿ ਪਹਿਲੇ ਕੀ ਹੁੰਦਾ ਸੀਗਾ, ਇੱਕ ਡਬਲਿਨ ਕਨਵੈਨਸ਼ਨ ਦੇ ਅੰਡਰ ਤੁਸੀਂ ਬੈਕ ਟੂ ਬੈਕ ਭੇਜ ਸਕਦੇ ਸੀਗੇ, ਕਿਉਂਕਿ ਹੁਣ ਬ੍ਰੈਗਜ਼ਿਟ ਕਰਕੇ ਡਬਲਿਨ ਕਨਵੈਨਸ਼ਨ ਹੁਣ ਐਪਲੀਕੇਬਲ ਨਹੀਂ ਹੈਗੀ, ਜਿਹਦੇ ਵਿੱਚ ਇਹ ਹੁਣ ਇੱਕ ਪਰਸਨਲ ਲੈਵਲ ਦੇ ਉੱਤੇ ਪਰਸਨਲੀ ਇੱਕ ਨਵੀਆਂ ਟ੍ਰੀਟੀਜ਼ ਕਰ ਰਹੇ ਹੈਗੇ ਆ ਯੂਰਪੀਅਨ ਜਿਹੜੀਆਂ ਯੂਨੀਅਨ ਦੇ ਨਾਲ, ਵੀ ਜਿਹਦੇ ਵਿੱਚ ਤੁਸੀਂ ਜੇ ਕੋਈ ਬੰਦਾ ਆਪਣਾ ਯੂਰਪੀਅਨ ਮੇਨਲੈਂਡ ਤੋਂ ਆਉਂਦਾ ਹੈਗਾ ਇੱਥੇ, ਤੇ ਉਹਨੂੰ ਵਾਪਸ ਉੱਥੇ ਹੀ ਭੇਜਿਆ ਜਾਊਗਾ, ਇੱਥੇ ਉਹਦਾ ਅਸਾਈਲਮ ਕਲੇਮ ਨਹੀਂ ਹੋਊਗਾ। ਇਕਬਾਲਦੀਪ ਜੀ, ਹੁਣ ਮੈਂ ਦੱਸ ਕੇ ਹਟਿਆ ਕਿ 2019 ਦੇ ਵਿੱਚ 32,000 illegal immigrants trying to come into UK, 2020 ਦੇ ਵਿੱਚ ਲਾਸਟ ਈਅਰ ਦੀ ਗੱਲ ਹੈਗੀ, 1,500 ਬੰਦੇ came through illegally, ਜਿੱਦਾਂ ਤੁਸੀਂ ਕਿਹਾ ਕਿ ਥਰੂ ਛੋਟੇ ਬੋਟਾਂ ਦੇ ਵਿੱਚ, ਕਈਆਂ ਦੀ ਡੈਥ ਵੀ ਹੋ ਚੁੱਕੀ ਹੈ, ਕਈ ਲੋਕ ਡਰਾਉਣ, ਬੜਾ ਕੁਝ ਹੋ ਚੁੱਕਾ ਉੱਥੇ। ਤੇ ਉਹ ਜਿਹੜੇ ਬੰਦੇ ਹੁਣ ਇਸ ਰੂਟ 'ਚ ਆਉਂਦੇ ਨੇ ਵਿਚ ਇਜ਼ ਨਾਟ ਐ ਸੇਫਰ ਐਂਡ ਦ ਰਾਈਟ ਰੂਟ, ਤੇ ਉਹ ਹੁਣ ਬਿਕੋਜ਼ ਅਸੀਂ ਬ੍ਰੈਕਸਿਟ ਦੇ ਵਿੱਚ ਨਹੀਂ ਹੈਗੇ ਤੇ UK ਇਜ਼ ਅੰਡਰ ਨੋ ਓਬਲੀਗੇਸ਼ਨ ਕਿ ਉਹਨਾਂ ਨੂੰ ਜਿਹੜੇ ਬੰਦੇ ਆਏ ਨੇ 8,500 ਕਿ ਉਹਨਾਂ ਨੂੰ ਐਕਸੈਪਟ ਕਰਨੇ ਪਏ ਕਿ ਉਹਨੂੰ ਵਾਪਸ ਭੇਜ ਸਕਦੇ ਨੇ। ਦੇਖੋ ਡਿਪੈਂਡ ਕਰੂਗਾ ਵੀ ਫਿਲਹਾਲ ਹਾਲੇ ਤਾਂ ਉਹ ਕਲੇਮ ਜਿੱਦਾਂ ਉਹ ਜੇ ਉਹਨਾਂ ਨੇ ਅਸਾਈਲਮ ਕਲੇਮ ਕੀਤਾ ਹੈਗਾ, ਫਿਰ ਉਹਨਾਂ ਨੂੰ ਅਸਾਈਲਮ ਕਲੇਮ ਤਾਂ ਇਸ ਵੇਲੇ ਸੁਣਨਾ ਪਊਗਾ ਉਹਨਾਂ ਦਾ। ਤੇ ਪਰ ਇਹ ਡਿਪੈਂਡ ਕਰੇਗਾ ਕੇਸ ਟੂ ਕੇਸ ਕਿੱਦਾਂ ਉਹ ਇਸ ਚੀਜ਼ ਨੂੰ ਲੈਂਦੇ ਹੈਗੇ ਆ, ਤੇ ਅੱਗੇ ਕਿੱਦਾਂ ਰਿਫਾਰਮਸ ਆਉਂਦੇ ਹੈਗੇ, ਕਦੋਂ ਤੋਂ ਰਿਫਾਰਮਸ ਆਉਣੇ ਹੈਗੇ, ਇਹ ਉੱਤੋਂ ਸਾਰਾ ਡਿਪੈਂਡ ਕਰੇਗਾ। ਜਿੱਦਾਂ ਤੁਸੀਂ ਕਿਹਾ ਕਿ ਹਟਿਓ ਜਿਹੜੇ ਬੋਟਸ ਦੇ ਥਰੂ ਆਉਣਾ, ਇਲੀਗਲ ਰਸਤੇ ਦੇ ਥਰੂ ਆਉਣਾ, ਅਗਰ ਤੁਸੀਂ ਸਹੀ ਰਸਤੇ ਦੇ ਥਰੂ ਆਉਂਦੇ ਆ, ਤੁਹਾਡਾ ਕਰੂਸ਼ਲ ਸਰਕਮਸਟੈਂਸਿਸ ਬੈਕ ਉੱਥੇ ਜਿੱਥੋਂ ਵੀ ਤੁਸੀਂ ਆਏ ਹੋ, ਤੇ ਉਹ ਜ਼ਰਾ ਫਾਸਟ ਕੰਮ ਹੋ ਸਕਦਾ ਉੱਥੇ, ਸਿੱਧੀ ਗੱਲ ਹੈ ਨਾ ਉੱਥੇ। ਹਾਂਜੀ, ਉਹ ਤੇ ਉਹਨਾਂ ਨੇ ਲੀਗਲ ਇੱਕ ਉਹਨਾਂ ਨੇ ਇੱਕ ਲੀਗਲ ਪਲੇਟਫਾਰਮ ਬਣਾਤਾ ਹੈਗਾ ਵੀ ਤੁਸੀਂ ਜਿੱਥੇ ਹੈਗੇ ਤੁਸੀਂ ਆਪਣੀ ਉੱਥੇ ਰਹੋ, ਅਸੀਂ ਤੁਹਾਡੀ ਓਵਰਸੀਜ਼ ਤੋਂ ਅਸੀਂ ਤੁਹਾਡੀ ਐਪਲੀਕੇਸ਼ਨ ਸੁਣਾਂਗੇ। ਤੇ ਇਹ ਤੇ ਉਹਨਾਂ ਨੇ ਲੀਗਲ ਵੇ ਬਣਾ ਦਿੰਦੇ ਹੈਗੇ, ਜਿਹਦਾ ਕਿ ਹੁਣ ਹੋਰ ਕਲੈਰੀਫਿਕੇਸ਼ਨ ਚਾਹੁੰਦੀਆਂ ਤੇ ਅਸੀਂ ਆਪਣੇ ਅਗਲੇ ਸ਼ੋਆਂ ਦੇ ਵਿੱਚ ਇਹਨੂੰ ਕਲੈਰੀਫਾਈ ਕਰਦੇ ਰਹਾਂਗੇ। ਤੇ ਇਹ ਚੀਜ਼ ਦੇਖਣੀ ਪੈਣੀ। ਬੇਸਿਕਲੀ ਉਹ ਜਿਹੜੇ ਹਿਊਮਨ ਟ੍ਰੈਫਿਕਿੰਗ ਜਿਹੜੀ ਹੈਗੀ ਹੈ ਉਹਨੂੰ ਬੰਦ ਕਰਨਾ ਚਾਹੁੰਦੇ ਆ। ਜਿਹੜੀ ਸਮਗਲਿੰਗ ਜਿਹੜੀ ਹੈਗੀ ਉਹਨੂੰ ਹਿਊਮਨ ਸਮਗਲਿੰਗ ਜਿਹੜੀ ਹੈਗੀ ਆ ਉਹਨੂੰ ਬੰਦ ਕਰਨਾ ਚਾਹੁੰਦੇ ਹੈਗੇ ਆ, ਵੀ ਜਿਹੜੇ ਕਿ ਲੋਕ ਇਹਨਾਂ ਕੋਲ ਜਿੱਦਾਂ ਪੈਸੇ ਲੈ ਕੇ ਉਹਨਾਂ ਨੂੰ ਜ਼ਿੰਦਗੀ, ਉਹਨਾਂ ਦੀ ਜਾਨ ਜਿਹੜੀ ਹੈਗੀ ਇਹਨੇ ਰਿਸਕ ਦੇ ਵਿੱਚ ਪਾ ਕੇ ਉਹਨਾਂ ਨੂੰ ਉੱਥੋਂ ਦੀ ਯੂਰਪ ਮੇਨਲੈਂਡ ਤੋਂ ਇੱਧਰ ਨੂੰ ਜਿੱਦਾਂ ਸੀ ਰੂਟਸ ਦੇ ਥਰੂ ਉਹਨਾਂ ਨੂੰ ਐਡੇ ਰਿਸਕ ਦੇ ਵਿੱਚ ਪਾ ਕੇ ਇੱਧਰ ਕ੍ਰਾਸ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ। ਇਸ ਚੀਜ਼ ਨੂੰ ਰੋਕਣਾ ਚਾਹੁੰਦੇ ਹੈਗੇ, ਕਿਉਂਕਿ ਇੱਦਾਂ ਬਹੁਤ ਜਾਨਾਂ ਗਈਆਂ ਹੈਗੀਆਂ। ਫੇਅਰਨੈਸ ਇਹੀ ਕਹਿੰਦੀ ਹੈ ਵੀ ਕਹਿੰਦੇ ਅਸੀਂ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਟਾਪ ਕਰਨਾ ਹੈਗਾ, ਜਿਹਦੇ ਕਰਕੇ ਸਾਰੇ ਅਸਾਈਲਮ ਦੇ ਤੇ ਜਿਹੜੇ ਐਂਟਰੀ ਦੇ ਜਿਹੜੇ UK ਦੇ ਵਿੱਚ ਜਿਹੜੀ ਐਂਟਰੀ ਹੋ ਰਹੀ ਉਹਦੇ ਵਿੱਚ ਕਾਫੀ ਇੰਟਰੋਡਕਸ਼ਨ ਰਿਫਾਰਮਸ ਲੈ ਕੇ ਆ ਰਹੇ ਹੈਗੇ, ਜਿਹੜੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਰਿਫਾਰਮਸ ਹੋਣੇ ਹੈਗੇ ਆ। ਹੌਲੀ ਹੌਲੀ ਇਹਨਾਂ ਦਾ ਪ੍ਰਿੰਟ ਆ ਰਿਹਾ ਹੈਗਾ, ਬਲੂ ਪ੍ਰਿੰਟ, ਪਰ ਜਿਹਦੇ ਵਿੱਚ ਆਪਾਂ ਨੂੰ ਹੋਰ ਅੱਗੇ ਜਾ ਕੇ ਸਾਨੂੰ ਹੋਰ ਇਨਫੋਰਮੇਸ਼ਨ ਮਿਲਦੀ ਰਹੂਗੀ ਤੇ ਆਪਾਂ ਆਪਣੇ ਵਿਊਅਰਸ ਨੂੰ ਅਸੀਂ ਉਹਨੂੰ ਅਪਡੇਟ ਕਰਦੇ ਰਹਾਂਗੇ। ਇਕਬਾਲਦੀਪ ਜੀ, ਜਿੱਦਾਂ ਹੁਣ ਨਾ ਮੈਂ ਲੇਟੈਸਟ ਕੀ ਹੈਗਾ, ਜਿਹੜੇ ਅਸਾਈਨਮੈਂਟ ਸਿਸਟਮ ਹੈਗਾ ਨਾ UK ਦੇ ਵਿੱਚ ਇੰਨਾ ਜਾਸਤੀ ਆਊਟਸਟ੍ਰਿਪਡ ਹੋ ਚੁੱਕਾ ਇਹ ਕਿ ਇੰਨੀ ਤਾਦਾਦ ਵਿੱਚ ਲੋਕ ਆ ਰਹੇ ਨੇ ਕਿ ਇਟਸ ਵੈਰੀ ਡਿਫਿਕਲਟ ਫॉर ਦੀ ਸਿਸਟਮ ਟੂ ਮੇਕ ਅ ਡਿਸੀਜਨ ਕੁਇਕਲੀ। ਇੰਨਾ ਓਵਰਲੋਡ ਉਹਨਾਂ ਦੇ ਪਾਸ ਕੇਸ ਲੋਡ ਪਿਆ ਹੈਗਾ ਤੇ ਉਹ ਹੈਂਡਲ ਕਰਨੇ ਵੀ ਮੁਸ਼ਕਿਲ ਹੈਗੇ ਨੇ। ਹੁਣ ਇੰਨੀ ਤਾਦਾਦ ਦੇ ਵਿੱਚ ਇਲੀਗਲ ਇਮੀਗ੍ਰੈਂਟ ਦੇ ਕੇਸਿਸ ਹੈਗੇ ਨੇ। ਇਹਦੇ ਵਿੱਚ ਮੈਨੂੰ ਇਕਬਾਲਦੀਪ ਜੀ ਮੈਨੂੰ ਲੱਗਦਾ, ਮੇਰੀ ਆਪਣੀ ਥਿੰਕਿੰਗ ਹੈਗੀ ਆ, ਲੋਕਡਾਊਨ ਦੇ ਵਿੱਚ ਵੀ ਕੌਨਸਨਟਰੇਟਿੰਗ ਔਨ ਟੂ ਦੀ ਬਿਮਾਰੀ ਕਰਕੇ COVID-19 ਦਾ, ਐਂਡ ਬਾਕੀ ਅਸੀਂ ਬ੍ਰੈਕਸਿਟ ਤੋਂ ਬਾਹਰ ਹੈਗੇ। ਹੁਣ ਅਸੀਂ ਜਦੋਂ ਬਾਹਰ ਨਿਕਲਾਂਗੇ ਲੋਕਡਾਊਨ ਦੇ ਵਿੱਚੋਂ, ਲਾਈਫ ਨੋਰਮਲ ਆਏਗੀ, ਬ੍ਰੈਕਸਿਟ ਤੋਂ ਬਾਹਰ ਹੈਗੇ, ਮਤਲਬ ਇਹਨਾਂ ਨੇ ਥੋੜ੍ਹੇ ਜ਼ਿਆਦਾ ਸਟ੍ਰਿਕਟ ਹੋ ਜਾਣਗੇ ਗਵਰਨਮੈਂਟ। ਨਹੀਂ, ਜਿਹੜੇ ਰਿਫਾਰਮਸ ਆ ਰਹੇ ਹੈਗੇ ਆ ਉਹ ਕਾਫੀ ਪ੍ਰੋਮਿਸਿੰਗ ਵੀ ਹੈਗੇ ਆ, ਚੰਗੇ ਵੀ ਹੈਗੇ ਆ, ਤੇ ਪਰ ਹਾਂ ਸਟ੍ਰਿਕਟ ਵੀ ਕਰ ਰਹੇ ਹੈਗੇ, ਤੇ ਉਹਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਜਿਹੜੇ ਵੀ ਲੂਪ ਹੋਲ ਜਿਹੜੇ ਹੈਗੇ ਆ, ਜਾਂ ਕਿੱਥੇ ਟਾਈਮ ਜ਼ਿਆਦਾ ਲੱਗ ਰਿਹਾ ਹੈਗਾ ਵਾ, ਜਿਹੜਾ ਪ੍ਰੋਸੀਜਰਸ ਦੇ ਵਿੱਚ ਕੋਈ ਹੈਗੀ ਆ, ਕੋਈ ਪ੍ਰੋਬਲਮਸ ਹੈਗੀਆਂ, ਇਹ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜਿੱਦਾਂ ਹੁਣ ਆਪਾਂ ਨੈਸ਼ਨੈਲਿਟੀ ਦੀ ਵੀ ਆਪਾਂ ਗੱਲ ਕੀਤੀ ਸੀ, ਜਿਹੜਾ ਕਿ ਕਾਫੀ ਹੌਟ ਟੌਪਿਕ ਹੈਗਾ। ਕਾਫੀ ਲੋਕ ਜਿਹੜੇ ਮੈਨੂੰ ਵੀ ਕਾਲ ਕਰ ਰਹੇ ਸੀਗੇ, ਬਈ ਭਾਜੀ ਵੀ ਇਹਦਾ ਕੀ ਹੋ ਸਕਦਾ ਰੂਲ ਬੰਦ ਹੋ ਰਿਹਾ।
ਜਦੋਂ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਨੂੰ ਹੋਰ ਜਿਹੜੇ ਲੂਪ ਹੋਲ ਜਿਹੜੇ ਹੈਗੇ ਆ ਲੋਕੀ ਉਹਦਾ ਅਬਿਊਜ਼ ਨਾ ਕਰ ਸਕਣ। ਗਵਰਨਮੈਂਟ ਇਹ ਕਹਿ ਰਹੀ ਹੈ ਵੀ ਉਹਦੇ ਵਾਸਤੇ ਉਹ ਰਿਫਾਰਮਸ ਲੈ ਕੇ ਆਉਣਾ ਚਾਹੁੰਦੇ ਹੈਗੇ ਆ। ਡੇ ਬਾਏ ਡੇ ਜਿੱਦਾਂ ਜਿੱਦਾਂ ਚੀਜ਼ਾਂ ਇਹਨਾਂ ਦੇ ਮੂਹਰੇ ਆਈ ਜਾ ਰਹੀਆਂ ਉੱਦਾਂ ਰਿਫਾਰਮਸ ਕਰੀਏਗਾ। ਛੋਟੀ ਜਿਹੀ ਐਗਜ਼ਾਮਪਲ ਹੀ ਮੈਂ ਤੁਹਾਨੂੰ ਦੇ ਦਿੰਦਾ ਹੈਗਾ ਵੀ ਉਹ ਇਹ ਕਹਿੰਦੇ ਵੀ 2015 ਦੇ ਵਿੱਚ ਸਿਰਫ 10 ਸਟੇਟਲੈਸ ਐਪਲੀਕੇਸ਼ਨਸ ਹੁੰਦੀਆਂ ਸੀਗੀਆਂ, ਅੱਜ ਦੀ ਡੇਟ ਦੇ ਵਿੱਚ ਉਹ ਹਜ਼ਾਰਾਂ ਦੇ ਹਿਸਾਬ ਦੇ ਨਾਲ ਆ। ਇਕਬਾਲਦੀਪ ਜੀ ਥੈਂਕ ਯੂ ਵੈਰੀ ਮਚ। ਇੱਕ ਮਿੰਟ ਹੀ ਰਹਿੰਦਾ ਹੈ ਤੇ ਹਮੇਸ਼ਾ ਅਸੀਂ ਕੋਸ਼ਿਸ਼ ਹੁੰਦੀ ਹੈ ਲੇਟੈਸਟ ਤੋਂ ਲੇਟੈਸਟ ਨਿਊਜ਼ ਲੈ ਕੇ ਵੀ ਜਿਹੜਾ ਹੁਣ ਬੱਚਿਆਂ ਦਾ 5 ਸਾਲ ਦਾ ਸਟੇਟਲੈਸ ਦਾ ਰੂਟ ਹੈਗਾ ਬਹੁਤ ਇੰਪੋਰਟੈਂਟ ਹੈਗਾ। ਜਦ ਵੀ ਕੋਈ ਨਾ ਕੋਈ ਅਪਡੇਟ ਹੋਏਗੀ ਇਕਬਾਲਦੀਪ ਦੇ ਥਰੂ ਲੈ ਕੇ ਆਵਾਂਗੇ ਸਾਡੇ ਚੈਨਲ ਦੇ ਵਿੱਚ ਐਵਰੀ ਮੰਡੇ 6:30 ਤੋਂ 7 ਵਜੇ। ਪਲੀਜ਼ ਡੋਂਟ ਫੋਰਗੇਟ ਟੂ ਵਾਚ ਅਸ ਅਗੇਨ ਨੈਕਸਟ ਵੀਕ ਐਵਰੀ ਵੀਕ। ਹੋਪਫੁਲੀ ਇਕਬਾਲਦੀਪ ਜੀ ਸਟੂਡੀਓ ਆਇਆ ਕਰਨਗੇ, ਦੈਨ ਅਸੀਂ ਤੁਹਾਡੇ ਕਾਲ ਲੈ ਸਕਾਂਗੇ। ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਮੁੱਦਾ ਇਮੀਗ੍ਰੇਸ਼ਨ ਕਿਸੇ ਵੀ ਤਰੀਕੇ ਦਾ ਤੁਹਾਡਾ ਪਾਸਾ ਸਪੈਸ਼ਲਿਸਟ ਇਕਬਾਲਦੀਪ ਜੀ ਇਹਨਾਂ ਨੇ ਬੜਾ ਜ਼ਬਰਦਸਤ ਪੜ੍ਹਾਈ ਕਰਕੇ ਆਪਣੇ ਸਪੈਸ਼ਲ ਬਣੇ ਨੇ ਲਾਅ ਦੇ ਵਿੱਚ। ਕੋਈ ਵੀ ਮੁੱਦਾ ਤੁਸੀਂ ਪਤਾ ਕਰੋ, ਜੋ ਵੀ ਕਰਨਾ ਚਾਹੁੰਦੇ ਹੋ। ਲਾਈਨਾਂ ਕਾਫੀ ਬਿਜ਼ੀ ਨੇ, ਕੀਪ ਕਾਲਿੰਗ। ਸਾਡਾ ਸ਼ੋਅ ਖਤਮ ਹੋ ਜਾ ਰਿਹਾ ਲੇਕਿਨ ਕੀਪ ਕਾਲ। ਜਿਹੜਾ ਤੁਹਾਡੇ ਟੈਲੀਫੋਨ ਹੈਗਾ ਇਕਬਾਲ ਜੀ ਨੂੰ ਦਿੱਤਾ ਜਾਏਗਾ ਤਾਂ ਜੋ ਤੁਹਾਨੂੰ ਅੱਜ ਰਾਤ ਨੂੰ ਜਾਂ ਕੱਲ੍ਹ ਜਾਂ ਪਰਸੋਂ ਤੱਕ ਤੁਹਾਨੂੰ ਕਾਲ ਕਰਨਗੇ। ਤੇ ਇਕਬਾਲਦੀਪ ਜੀ ਹੁਣ ਮਿਲਾਦਾ ਆਪਾਂ ਇਜਾਜ਼ਤ ਲਈਏ। ਤੁਹਾਡੇ ਜਾਣ ਤੋਂ ਪਹਿਲਾਂ ਵਾਂਸ ਅਗੇਨ ਅ ਵੈਰੀ 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 ਹੈਪੀ ਬਰਥਡੇ। ਹਮੇਸ਼ਾ ਪ੍ਰੇ ਕਰਾਂਗੇ ਤੁਹਾਨੂੰ ਰੱਬ ਲੰਬੀ ਉਮਰ ਦੇਵੇ, ਤੁਸੀਂ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਤੰਦਰੁਸਤੀ ਦੇਵੇ ਰੱਬ, ਲੰਬੀ ਉਮਰ। ਅਗਲੇ ਵੀਕ ਸੇਮ ਟਾਈਮ ਸੇਮ ਪਲੇਸ 'ਤੇ ਮੁਲਾਕਾਤ ਹੋਏਗੀ। ਚਲੋ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।